ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤੁਐ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ। ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ। ਏਤੇ ਚਾਨਣ ਹੁਦਿਆ ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ। ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰੰ ਚੜ ਜਾਇ। ਅੰਧ ਲਖੈ ਬਦਰਉ ਸੁਨੈ ਜਉ ਕਾਲ ਕਿਰਪਾ ਕਰਾਇ। ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ। ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਭਗਤ ਵਛਲ ਕਰੁਣਾ ਨਿਧਾਨ ਸ਼ਬਦ ਗੁਰੂ ਦਾਸ ਗੁਰੂ ਸਾਹਿਬਾਨਾਂ ਦੀ ਪ੍ਰਤੱਖ ਜੋਤ ਜੁਗੋ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ
ਸੱਚੇ ਪਾਤਸ਼ਾਹ ਜੀਆਂ ਦੀ ਮਹਾਨ ਕਿਰਪਾ ਮਿਹਰਾਮਤ ਹੋਈ ਹੈ। ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰੇ ਸਾਰੀ ਹੀ ਸੰਗਤ ਨੂੰ ਬਖਸ਼ਿਸ਼ ਕੀਤੇ ਹਨ। ਉਸ ਤੋਂ ਉਪਰੰਤ ਜੋ ਗੁਰਬਾਣੀਆਂ ਦਾ ਨਿਤਨੇਮ ਗੁਰਦੁਆਰਾ ਸਾਹਿਬ ਵਿਖੇ ਹੋਇਆ ਹੈ, ਸਾਰੀ ਹੀ ਸੰਗਤ ਨੇ ਲਾਹੇ ਪ੍ਰਾਪਤ ਕੀਤੇ ਹਨ। ਵਡਭਾਗੇ ਹਾਂ ਜੋ ਹੁਣ ਸਤਿਗੁਰਾਂ ਨੇ ਤਰਸ ਕਰਕੇ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਜੋ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਹੈ, ਸੋਧਾ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਬਾਣੀ, ਜਿਸ ਦਾ ਅੱਜ ਅਖੀਰਲਾ ਸ਼ਬਦ ਭਈ ਪ੍ਰਾਪਤ ਮਾਨੁਖ ਦੇਹੁਰੀਆ, ਇਸ ਦੀ ਵਿਚਾਰ ਅੱਜ ਸਤਿਗੁਰਾਂ ਨੇ ਬਖਸ਼ਿਸ਼ ਕਰਨ ਦਾ ਉਦਮ ਬਖਸ਼ਿਆ ਹੈ। ਸਤਿਗੁਰਾਂ ਦੀ ਬੜੀ ਕਿਰਪਾ ਹੋਈ, ਸਾਰੇ ਹੀ ਸੰਗਤ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਏ। ਪਹੁੰਚ ਕਰਕੇ ਗੁਰ ਸ਼ਬਦ ਵਿਚਾਰ ਕਥਾ ਦੇ ਨਾਲ ਜੁੜਨ ਦਾ ਯਤਨ ਕਰੀਏ। ਆਪਣੇ ਮਨ ਬਿਰਤੀਆਂ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਟਿਕਾ ਕਰਕੇ ਸਾਰੀ ਹੀ ਸੰਗਤ ਨਿਮਰਤਾ ਸਹਿਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾਂ। ਸਾਧ ਸੰਗਤ, ਜੋ ਪਿਛਲੇ ਪਵਿੱਤਰ ਸ਼ਬਦਾਂ ਦੇ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ ਕਿ ਤਿਤ ਸਰਵਰੜੈ ਭਈ ਲੈ ਨਿਵਾਸਾ, ਕਿ ਜੋ ਇਸ ਸੰਸਾਰੀ ਜੀਵ ਦਾ, ਜੋ ਇਸ ਸੰਸਾਰ ਦੇ ਅੰਦਰ ਨਿਵਾਸ ਹੋਇਆ ਹੈ, ਇਸ ਨੇ ਜਿਹੜੇ ਸੁਖਦਾਇਕ ਪਦਾਰਥਾਂ ਨੂੰ ਵੀ ਅੱਗ ਦੇ ਵਾਂਗ ਉਹਨਾਂ ਦਾ ਸੁਭਾਅ ਜਿਹੜਾ ਹੈ ਉਹ ਤਪਦਾ ਕਰਕੇ ਤੇ ਦੁੱਖ ਪਾ ਰਿਹਾ ਹੈ। ਇਸ ਪ੍ਰਕਾਰ ਨਾਲ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ ਕੱਲ ਦੇ ਸ਼ਬਦ ਦੇ ਅੰਦਰ, ਤੇ ਇਹ ਘਰ ਦੇ ਅਤੇ ਪਰਿਵਾਰ ਦੇ ਮੋਹ ਦਾ ਬੱਝਾ ਹੋਇਆ ਇਸ ਸੰਗਤ ਵੱਲ ਨਹੀਂ ਆਉਂਦਾ। ਇਸ ਕਰਕੇ ਸਤਿਗੁਰੂ ਜੋ ਅੱਜ ਦੇ ਇਸ ਪਵਿੱਤਰ ਸ਼ਬਦ ਦੇ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਹਨ, ਇਸ ਸਿੱਖ ਨੂੰ ਅਤੇ ਇਸ ਜੀਵ ਨੂੰ ਸਮਝਾ ਰਹੇ ਹਨ ਕਿ ਇਹ ਜੋ ਦੇਹੀ ਮਨੁੱਖਾ ਦੇਹੀ ਮਿਲੀ ਹੈ ਇਹ ਕਿਤਨੀ ਦੁਰਲੱਭ ਹੈ, ਇਹ ਤੈਨੂੰ ਕਿਸ ਮਨੋਰਥ ਵਾਸਤੇ ਮਿਲੀ ਹੈ। ਸਤਿਗੁਰੂ ਕਹਿ ਰਹੇ ਹਨ ਕਿ ਇਸ ਜਗਤ ਦੇ ਅੰਦਰ ਤੇਰਾ ਆਉਣਾ ਹੋਇਆ ਹੈ, ਕੀ ਤੂੰ ਕਦੀ ਵਿਚਾਰਿਆ ਹੈ ਕਿ ਮੈਂ ਕਿਉਂ ਇਸ ਜਗਤ ਦੇ ਅੰਦਰ ਆਇਆ ਹਾਂ, ਵੀ ਕਿਉਂ ਮੈਨੂੰ ਇਹ ਜੀਵਨ ਸਤਿਗੁਰਾਂ ਨੇ ਦਿੱਤਾ, ਇਹ ਕਿਉਂ ਮੈਨੂੰ ਪਰਮੇਸ਼ਰ ਨੇ ਇਹ ਮਨੁੱਖਾ ਦੇਹੀ ਬਖਸ਼ਿਸ਼ ਕੀਤੀ। ਉਹ ਸਤਿਗੁਰੂ ਬਖਸ਼ਿਸ਼ ਕਰਕੇ ਜੋ ਅੱਜ ਦੀ ਵਿਚਾਰ ਦੇ ਅੰਦਰ ਸਤਿਗੁਰੂ ਜੀਵ ਨੂੰ ਇਸ ਮਨੁੱਖਾ ਦੇਹੀ ਦੀ ਦੁਰਲੱਭਤਾ, ਇਸ ਦੀ ਵਿਸ਼ੇਸ਼ਤਾ ਦੱਸ ਰਹੇ ਹਨ, ਇਹ ਕਿਉਂ ਵਿਸ਼ੇਸ਼ ਹੈ, ਅਤੇ ਦੱਸ ਰਹੇ ਹਨ ਵੀ ਇਹ ਕਿਸ ਵਾਸਤੇ ਮਿਲੀ ਹੈ, ਤਾਂ ਜੋ ਇਹ ਜੀਵ ਹੈ ਇਹ ਆਪਦਾ ਜਿਹੜਾ ਮਨ ਹੈ ਇਹ ਮੋਹ ਦੇ ਵਿੱਚੋਂ ਕੱਢ ਕੇ, ਮੋਹ ਦੇ ਚਿੱਕੜ ਵਿੱਚੋਂ ਕੱਢ ਕੇ ਤੇ ਸਤਿਗੁਰਾਂ ਦੇ ਮੋਹ ਨਾਲ ਜੋੜ ਸਕੇ, ਮੋਹ ਦੇ ਚਿੱਕੜ, ਘਰ ਦੇ ਮੋਹ ਦੇ ਚਿੱਕੜ ਚੋਂ ਕੱਢ ਕੇ ਤੇ ਸੰਗਤ ਵੱਲ ਆ ਸਕੇ। ਇਸ ਕਰਕੇ ਸਤਿਗੁਰੂ ਇਸ ਸ਼ਬਦ ਦੀ ਬਖਸ਼ਿਸ਼ ਕਰ ਰਹੇ ਹਨ। ਆਸਾ ਮਹੱਲਾ ਪੰਜਵਾ, ਕਿ ਆਸਾ ਰਾਗ ਦੇ ਅੰਦਰ ਮਹੱਲਾ ਪੰਜਵਾ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਭਈ ਪ੍ਰਾਪਤ ਮਾਨੁਖ ਦੇਹੁਰੀਆ। ਭਈ ਪ੍ਰਾਪਤ ਭਾਵ ਇਹ ਪ੍ਰਾਪਤ ਹੋਈ ਹੈ ਮਾਨੁਖ ਦੇਹੁਰੀਆ, ਮਨੁੱਖਾ ਦੇਹੀ, ਇਹ ਜੋ ਜੀਵ ਨੂੰ ਪ੍ਰਾਪਤ ਹੋਈ ਹੈ। ਸਤਿਗੁਰੂ ਫਰਮਾ ਰਹੇ ਹਨ, 184 ਭ੍ਰਮਤਿਆਂ ਦੁਲੱਭ ਜਨਮ ਪਾਇਓ ਹੈ। 184 ਲੱਖ ਜੂਨਾਂ ਦੇ ਵਿੱਚ ਭ੍ਰਮਣ ਤੋਂ ਬਾਅਦ, ਫਿਰਨ ਤੋਂ ਬਾਅਦ ਇਹ ਮਨੁੱਖਾ ਦੇਹੀ, ਮਨੁੱਖਾ ਜਨਮ ਦੁਰਲੱਭ, ਬੜਾ ਹੀ ਦੁਰਲੱਭ, ਜਿਹੜਾ ਬੜਾ ਔਖਾ ਲੱਭਦਾ ਹੈ, ਦੁਰਲੱਭ, ਇਹ ਤੈਨੂੰ ਪ੍ਰਾਪਤ ਹੋਇਆ ਹੈ। ਕਿਤਨੀ ਕਠਿਨਾਈ ਦੇ ਨਾਲ ਇਹ ਪ੍ਰਾਪਤ ਹੋਇਆ ਹੈ। ਸੋ ਇਸ ਪ੍ਰਕਾਰ ਪਰਾਪਤ, ਜੋ ਪਰਾ ਭਾਵ ਵੱਡਾ ਅਤੇ ਪਤ ਭਾਵ ਇੱਜ਼ਤ, ਜੋ ਵੱਡੀ ਇੱਜ਼ਤ ਦੇਣ ਵਾਲਾ, ਭਈ ਪਰਾਪਤ, ਇਹ ਜੋ ਮਨੁੱਖਾ ਦੇਹੀ ਹੈ ਇਹ ਜੀਵ ਨੂੰ ਵੱਡੀ ਇੱਜ਼ਤ ਦਿਵਾਉਣ ਵਾਲੀ, ਇੱਜ਼ਤ ਉਸ ਨੂੰ ਮਿਲੇਗੀ ਜਿਹੜਾ ਫਿਰ ਇਸ ਦਾ ਜਿਹੜਾ ਮਨੋਰਥ ਹੈ ਉਸ ਨੂੰ ਪੂਰਾ ਕਰ ਲਵੇਗਾ। ਜੋ ਮਨੁੱਖਾ ਦੇਹੀ ਮਿਲਣ ਦਾ ਜੋ ਮਨੋਰਥ ਹੈ ਨਾ, ਪਰਮੇਸ਼ਰ ਦੇ ਨਾਲ ਮਿਲਣਾ,
ਜੇਕਰ ਉਹ ਕੋਈ ਪੂਰਾ ਕਰ ਲਵੇ ਤਾਂ ਫਿਰ ਉਹ ਪਰਾਪਤ ਉਸ ਨੂੰ ਵੱਡੀ ਜਿਹੜੀ ਵਡਿਆਈ ਦਿਵਾ ਦਿੰਦੀ ਹੈ ਇਹ ਮਨੁੱਖਾ ਦੇਹੀ, ਐਸੀ ਇਹ ਦੁਰਲਭ ਹੈ। ਇਸ ਧਰਤੀ ਮਹਿ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਇਸ ਧਰਤੀ ਦੇ ਉੱਪਰ ਪਰਮੇਸ਼ਰ ਨੇ ਜਿਹੜੀ ਮਨੁੱਖਾ ਦੇਹੀ ਤੈਨੂੰ ਬਖਸ਼ਿਸ਼ ਕੀਤੀ, ਇਹ ਤੈਨੂੰ ਸਰਦਾਰੀ ਬਖਸ਼ੀ ਹੈ ਬਾਕੀ ਸਾਰੀਆਂ ਜੋਨਾਂ ਦੇ ਉੱਪਰ। ਬਾਕੀ ਸਾਰੀਆਂ ਜੋਨਾਂ ਤੇਰੀਆਂ ਪਨਿਹਾਰੀ ਪਾਣੀਹਾਰੀ ਬਣਾਈਆਂ ਹਨ, ਤੇਰੀਆਂ ਸੇਵਕ ਬਣਾਈਆਂ ਹਨ ਸਾਰੀਆਂ ਜੋਨਾਂ। ਤੈਨੂੰ ਇਸ ਮਨੁੱਖਾ ਦੇਹੀ ਦੇ ਕਰਕੇ ਤੇ ਤੈਨੂੰ ਇਹ ਧਰਤੀ ਦੇ ਉੱਪਰ ਸਰਦਾਰ ਬਣਾਇਆ ਹੈ ਸਾਰੀਆਂ ਜੋਨਾਂ ਦਾ। ਸਗਲ ਜੋਨ ਮਹਿ ਤੂੰ ਸਿਰ ਧਰਿਆ, ਸਾਰੀਆਂ ਜੋਨਾਂ ਦੇ ਉੱਪਰ ਤੈਨੂੰ ਸਿਰ ਤੇ ਸਤਿਗੁਰਾਂ ਨੇ ਪਰਮੇਸ਼ਰ ਨੇ ਧਰਨਾ ਕੀਤਾ ਹੈ। ਇਹ ਸ੍ਰੇਸ਼ਟ ਜੋ ਮਨੁੱਖਾ ਦੇਹੀ ਇਹ ਜੂਨ ਤੈਨੂੰ ਮਿਲਣਾ ਕੀਤੀ ਹੈ, ਇਹ ਸਤਿਗੁਰਾਂ ਨੇ ਅਜਿਹੀ ਪਰਮੇਸ਼ਰ ਨੇ ਅਜਿਹੀ ਬਖਸ਼ਿਸ਼ ਕੀਤੀ ਹੈ। ਸੋ ਦੇਹੁਰੀਆ, ਜਿਸ ਪ੍ਰਕਾਰ ਨਾਲ ਦੇਹੁਰੀਆ ਭਾਵ ਦਹਲੀਜ਼, ਜਿਵੇਂ ਘਰ ਦੀ ਦਹਲੀਜ਼ ਦੇ ਕਮਰੇ ਦੀ ਦਹਲੀਜ਼ ਦੇ ਉੱਪਰ ਆਪਾਂ ਦੀਵਾ ਬਾਲ ਦਈਏ, ਉਸ ਦਾ ਚਾਨਣ ਕਮਰੇ ਦੇ ਘਰ ਦੇ ਅੰਦਰ ਵੀ ਹੋਵੇਗਾ ਅਤੇ ਬਾਹਰ ਵਿਹੜੇ ਵਿੱਚ ਵੀ ਹੋਵੇਗਾ। ਇਸ ਪ੍ਰਕਾਰ ਨਾਲ ਇਹ ਜੋ ਮਨੁੱਖਾ ਦੇਹੀ ਇਹ ਦੇਹੁਰਾ ਦਹਲੀਜ਼ ਦੀ ਨਿਆਈ ਹੈ। ਤੇ ਜੇਕਰ ਇਸ ਦਹਲੀਜ਼ ਮਨੁੱਖਾ ਦੇਹੀ ਅੰਦਰ ਦਹਲੀਜ਼ ਤੇ ਜੇਕਰ ਪਰਮੇਸ਼ਰ ਦੇ ਨਾਮ ਰੂਪੀ ਦੀਵਾ ਆਪਾਂ ਜਗਾ ਲਈਏ, ਭਜਨ ਬੰਦਗੀ ਕਰਕੇ ਉਹ ਜੋ ਦੀਵਾ ਅੰਦਰ ਦਾ ਜੋ ਆਤਮਿਕ ਗਿਆਨ ਦਾ ਦੀਵਾ ਜਗ ਪਵੇ, ਇਸ ਦੇ ਨਾਲ ਫਿਰ ਇਹ ਮਨੁੱਖ ਦਾ ਜੋ ਇਹ ਲੋਕ ਇਹ ਜੋ ਉਹ ਜੀਵਨ ਜੀ ਰਿਹਾ ਹੈ ਇਸ ਦੇ ਵਿੱਚ ਵੀ ਚਾਨਣ ਹੋ ਜਾਵੇਗਾ ਅਤੇ ਪਰਲੋਕ ਦੇ ਵਿੱਚ ਵੀ ਜਿੱਥੇ ਜਾ ਕਰਕੇ ਇਸ ਨੇ ਜਿੱਥੇ ਅਸਲੀ ਘਰ ਹੈ ਇਸ ਆਤਮਾ ਦਾ ਉੱਥੇ ਵੀ ਇਹ ਚਾਨਣ ਕਰ ਲਵੇਗਾ। ਐਸੀ ਇਹ ਮਨੁੱਖਾ ਦੇਹੀ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਕਿ ਇਸ ਮਨੁੱਖਾ ਦੇਹੀ ਦੇ ਅੰਦਰ ਭਜਨ ਕਰਨ ਦੇ ਨਾਲ ਇਹ ਲੋਕ ਵੀ ਸੁਖੀ ਆ, ਇੱਥੇ ਵੀ ਜੀਵਨ ਸੌਖਾ ਗੁਜ਼ਰਦਾ ਹੈ ਅਤੇ ਪਰਲੋਕ ਵੀ ਸੁਹੇਲੇ ਹੋ ਜਾਂਦੇ ਹਨ। ਐਸੀ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ। ਅਤੇ ਦੇਹੁਰੀਆ ਭਾਵ ਡਿਉੜੀ, ਜਿਸ ਪ੍ਰਕਾਰ ਨਾਲ ਘਰ ਦੀ ਡਿਉੜੀ ਹੁੰਦੀ ਹੈ, ਡਿਉੜੀ 'ਚ ਮਨੁੱਖ ਖੜਾ ਹੈ, ਹੁਣ ਉਸ ਦੀ ਮਰਜ਼ੀ ਹੈ ਵੀ ਘਰ ਦੇ ਅੰਦਰ ਜਾ ਸਕਦਾ ਹੈ ਜਾਂ ਘਰ ਦੇ ਬਾਹਰ ਜਾ ਸਕਦਾ ਹੈ। ਇਹ ਜੋ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਇਹ ਡਿਉੜੀ ਦੀ ਨਿਆਈ ਹੈ ਕਿ ਮਨੁੱਖ ਖੜਾ ਹੈ ਇਸ ਜੀਵਨ ਦੇ ਅੰਦਰ, ਮਨੁੱਖਾ ਦੇਹੀ ਦੇ ਅੰਦਰ। ਇਹ ਹੁਣ ਆਪਦੀ ਮਰਜ਼ੀ ਦੇ ਨਾਲ ਜੇ ਚਾਹੇ ਤਾਂ ਪਰਮੇਸ਼ਰ ਦੇ ਚਰਨ ਪਰਸ ਕੇ ਪਰਮੇਸ਼ਰ ਦੇ ਜੋ ਨਿਜ ਘਰ ਦੇ ਅੰਦਰ ਸਮਾ ਸਕਦਾ ਹੈ ਅਤੇ ਜਿੱਥੇ ਇਸ ਨੂੰ ਫਿਰ ਦੁਬਾਰਾ ਇਸ ਗੇੜ ਅੰਦਰ 84 ਲੱਖ ਦੇ ਗੇੜ ਅੰਦਰ ਨਹੀਂ ਆਉਣਾ ਪਵੇਗਾ ਜੇਕਰ ਇਹ ਘਰ ਦੇ ਅੰਦਰ ਚਲਾ ਗਿਆ ਪਰਮੇਸ਼ਰ ਦੇ। ਤੇ ਜੇਕਰ ਇਹ ਘਰ ਦੇ ਬਾਹਰ ਨੂੰ ਆ ਗਿਆ, ਕਿਉਂਕਿ ਇਹਦੇ ਹੱਥ 'ਚ ਹੈ ਨਾ ਹੁਣ ਮਨੁੱਖਾ ਦੇਹੀ, ਇਹਨੂੰ ਮਿਲੀ ਹੈ ਇਹ ਵਾਰੀ, ਇਹ ਜੇਕਰ ਇਹ ਘਰੋਂ ਬਾਹਰ ਆ ਗਿਆ, ਸੱਚਖੰਡ ਵਿੱਚ ਨਾ ਪਹੁੰਚਿਆ, ਪਰਮੇਸ਼ਰ ਦੇ ਦੁਆਰੇ ਅੰਦਰ ਸਿਮਰਨ ਭਜਨ ਸੇਵਾ ਨਾ ਕੀਤੀ, ਤਾਂ ਇਹ ਫਿਰ ਇਸ ਨੂੰ 84 ਲੱਖ ਜੂਨਾਂ ਦੇ ਅੰਦਰ ਫਿਰ ਇਸੇ ਤਰੀਕੇ ਨਾਲ ਇਹਦਾ ਗੇੜ ਚੱਲੇਗਾ ਤੇ ਇਹ ਫਿਰ ਭਟਕ ਕੇ ਫਿਰ ਇਹਦੀ ਮੁਕਤੀ ਹੋਣੀ ਤਾਂ ਹੋਣੀ ਮਨੁੱਖਾ ਜੂਨੀ ਦੇ ਅੰਦਰ ਹੀ ਹੈ। ਇਸ ਪ੍ਰਕਾਰ ਨਾਲ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਅਬ ਤੂੰ ਸੀਜ ਭਾਵੈ ਨਹੀਂ ਸੀਜੈ, ਵੀ ਹੁਣ ਤੂੰ ਭਾਵੇਂ ਸਮਝ ਭਾਵੇਂ ਨਾ ਸਮਝ, ਇਹ ਤੈਨੂੰ ਡਿਉੜੀ ਦੀ ਨਿਆਈ ਤੈਨੂੰ ਇਹ ਮਨੁੱਖਾ ਦੇਹੀ ਮਿਲ ਗਈ ਹੈ, ਤੂੰ ਸਮਝ ਕੇ ਭਾਵੇਂ ਸਤਿਗੁਰਾਂ ਦੇ ਨਾਲ ਮਿਲ ਜਾ ਤੇ ਬਚਾਅ ਹੋ ਜਾਵੇਗਾ 84 ਲੱਖ ਜੂਨਾਂ ਤੋਂ। ਤੇ ਜੇ ਨਾ ਸਮਝ ਗਿਆ, ਨਾ ਸਮਝੀ ਦੇ ਵਿੱਚ ਆਪਦਾ ਜੀਵਨ ਬਸ਼ਰ ਕਰਦਾ ਰਿਹਾ ਤਾਂ ਉਹ ਫਿਰ 84 ਲੱਖ ਜੂਨਾਂ ਦਾ ਭਾਗੀ ਤੂੰ ਬਣ ਜਾਵੇਗਾ। ਇਸ ਪ੍ਰਕਾਰ ਨਾਲ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਇਹ ਮਨੁੱਖਾ ਦੇਹੀ ਤੈਨੂੰ ਪ੍ਰਾਪਤ ਹੋਈ ਹੈ। ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਗੋਬਿੰਦ ਜੋ ਧਰਤੀ ਨੂੰ ਬਣਾਉਣ ਵਾਲਾ, ਗੋ ਧਰਤੀ, ਬਿੰਦ ਧਰਤੀ ਨੂੰ ਬਣਾਉਣ ਵਾਲਾ, ਭਾਵ ਜੋ ਪਰਮੇਸ਼ਰ ਹੈ ਅਕਾਲ ਪੁਰਖ ਗੋਬਿੰਦ ਮਿਲਣ ਕੀ, ਉਸ ਗੋਬਿੰਦ ਪਰਮੇਸ਼ਰ ਦੇ ਨਾਲ ਮਿਲਣ ਦੀ ਇਹ ਤੇਰੀ ਬਰੀਆ, ਕਿ ਇਹ ਤੇਰੀ ਵਾਰੀ ਹੈ ਪਰਮੇਸ਼ਰ ਦੇ ਨਾਲ ਅਕਾਲ ਪੁਰਖ ਦੇ ਨਾਲ ਮਿਲਣ ਦੀ। ਇਹੀ ਤੇਰਾ ਅਵਸਰ, ਇਹ ਤੇਰੀ ਬਾਰ, ਘਟ ਪੀਤਰ ਤੂੰ ਦੇਖ ਵਿਚਾਰ ਕਰਕੇ ਦੇਖ ਲਾ ਕਿ ਇਹੀ ਵਾਰੀ ਹੈ, ਹੋਰ ਕੋਈ ਵਾਰੀ ਨਹੀਂ ਮਿਲਣੀ ਦੂਸਰੀ ਕਿਸੇ ਜੂਨ ਦੇ ਅੰਦਰ। ਕਹਿਤ ਕਬੀਰ ਜੀਤ ਕੈ ਹਾਰ, ਬਹੁ ਬਿਦ ਕਹਿਓ ਪੁਕਾਰ ਪੁਕਾਰ, ਕਿ ਬੇਦਾ ਸ਼ਾਸਤਰ ਬੜੇ ਧਰਮ ਗ੍ਰੰਥ ਪੁਕਾਰ ਕੇ ਕਹਿ ਰਹੇ ਹਨ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੁਕਾਰ ਕੇ ਕਹਿ ਰਹੇ ਹਨ ਕਿ ਇਹ ਤੈਨੂੰ ਮਨੁੱਖਾ ਦੇ ਹੀ ਵਾਰੀ ਮਿਲੀ ਹੈ, ਦੇਖੀ ਕਿਤੇ ਜਿੱਤ ਕੇ ਨਾ ਹਾਰ ਜਾਵੀਂ, ਕਿ ਮਨੁੱਖਾ ਦੇ ਹੀ ਬੜੇ ਕਰਮਾਂ ਭਾਗਾਂ ਦੇ ਨਾਲ ਮਿਲੀ ਹੈ, ਇਸ ਨੂੰ ਹਾਰ ਨਾ ਜਾਵੀਂ ਆਪਦੀ ਵਾਰੀ ਦੇ ਅੰਦਰ। ਤੋ ਜਿੱਤਣਾ ਕੀ ਹੈ ਕਿ ਪਰਮੇਸ਼ਰ ਦੇ ਨਾਮ ਸਿਮਰਨ ਭਜਨ ਬੰਦਗੀ ਅਤੇ ਸੇਵਾ ਸਤਿਗੁਰਾਂ ਦੀ ਕਰਕੇ ਸਤਿਗੁਰਾਂ ਦੇ ਘਰ ਦੇ ਅੰਦਰ ਸਮਾ ਜਾਣਾ ਹੀ ਇਸ ਮਨੁੱਖਾ ਦੇਹੀ ਨੂੰ ਜਿੱਤਣਾ ਹੈ।
ਗੋਬਿੰਦ ਮਿਲਣ ਕੀ, ਇਹ ਮਨੋਰਥ ਸਤਿਗੁਰਾਂ ਨੇ ਦੱਸਤਾ ਨਾ ਵੀ ਕਿਉਂ ਮਿਲੀ ਹੈ ਤੈਨੂੰ। ਪਹਿਲਾਂ ਸਤਿਗੁਰਾਂ ਨੇ ਇਸ ਦੀ ਵਡਿਆਈ ਦੱਸੀ ਵੀ ਇਹ ਕਿੰਨੀ ਸ੍ਰੇਸ਼ਟ ਹੈ, ਕਿਤਨੀ ਕਠਿਨਾਈ ਨਾਲ ਮਿਲੀ ਹੈ। ਇਹ ਤੇ ਇਸ ਦੀ ਕੀ ਵਿਸ਼ੇਸ਼ਤਾ ਹੈ ਕਿ ਇਸ ਦੇ ਵਿੱਚ ਰਹਿ ਕੇ ਪਰਮੇਸ਼ਰ ਦੇ ਨਾਲ ਆਪਾਂ ਮਿਲ ਸਕਦੇ ਹਾਂ। ਅਤੇ ਹੁਣ ਸਤਿਗੁਰੂ ਫਰਮਾ ਰਹੇ ਹਨ ਕਿ ਗੋਬਿੰਦ ਮਿਲਣ ਕੀ, ਹੁਣ ਉਹਦਾ ਮਨੋਰਥ ਵੀ ਦੱਸਤਾ ਵੀ ਕਿਉਂ ਮਿਲੀ ਹੈ। ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਇਹ ਵਾਰੀ ਆਪਾਂ ਨੂੰ ਮਿਲੀ ਹੈ ਪਰਮੇਸ਼ਰ ਦੇ ਨਾਲ ਮਿਲਣ ਦੀ। ਇਸ ਪ੍ਰਕਾਰ ਨਾਲ ਜਿਸ ਸਮੇਂ ਸਤਿਗੁਰੂ ਕਹਿੰਦੇ ਹਨ ਕਿ ਤੇਰੇ 4 ਪਾਵ, 4 ਪੈਰ ਤੇਰੇ ਹੋ ਜਾਣਗੇ, 2 ਸਿੰਘ ਤੇ ਤੇਰੇ 2 ਸਿੰਘ ਉਗਾਉਣਗੇ, ਗੁੰਗ ਮੁਖ ਅਤੇ ਮੂੰਹ ਤੋਂ ਗੂੰਗਾ ਹੋ ਜਾਵੇਗਾ। ਸਤਿਗੁਰਾਂ ਦੇ ਕਹਿਣ ਤੋਂ ਭਾਵ ਕਿ ਜਿਸ ਸਮੇਂ ਤੈਨੂੰ ਜਾਨਵਰਾਂ ਦੀ ਜੂਨੀ, ਪਸ਼ੂਆਂ ਦੀ ਜੂਨੀ ਮਿਲ ਗਈ, ਤਬ ਕੈਸੇ ਗੁਣ ਗਈ ਹੈ। ਸਤਿਗੁਰੂ ਫਰਮਾਉਂਦੇ ਹਨ 4 ਪਾਵ 2 ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਸਤਿਗੁਰੂ ਫਰਮਾਉਂਦੇ ਕਿ ਉਦੋਂ ਫਿਰ ਕਿਵੇਂ ਤੂੰ ਸਤਿਗੁਰਾਂ ਦਾ ਭਜਨ ਸਿਮਰਨ ਕਰੇਗਾ। ਇਸ ਕਰਕੇ ਜੋ ਹੁਣ ਤੈਨੂੰ ਮਨੁੱਖਾ ਦੇਹੀ ਮਿਲੀ ਹੈ ਨਾ, ਇਹ ਗੋਬਿੰਦ ਮਿਲਣ ਕੀ ਤੈਨੂੰ ਵਾਰੀ ਮਿਲ ਗਈ ਹੈ। ਇੱਥੇ ਤੂੰ ਭਜਨ ਵੀ ਕਰ ਸਕਦਾ ਹੈ, ਸਿਮਰਨ ਕਰ ਸਕਦਾ ਹੈ। ਕਿਉਂਕਿ ਸਤਿਗੁਰੂ ਫਰਮਾਉਂਦੇ ਹਨ ਇਸ ਦੇਹੀ ਕਉ ਸਿਮਰਹਿ ਦੇਵ, ਜਿਹੜੇ ਦੇਵਤੇ ਹਨ ਉਹ ਵੀ ਇਸ ਦੇਹੀ ਨੂੰ ਸਿਮਰਦੇ ਹਨ ਕਿ ਸਾਨੂੰ ਵੀ ਕਿਤੇ ਮਿਲ ਜਾਵੇ। ਸੋ ਦੇਹੀ ਭਜ ਹਰ ਕੀ ਸੇਵ, ਐਸੀ ਜੋ ਦੇਹੀ ਸਤਿਗੁਰਾਂ ਨੇ ਦਿੱਤੀ ਜਿਹਨੂੰ ਦੇਵਤੇ ਵੀ ਤਰਸਦੇ ਆ, ਤੂੰ ਇਸ ਜੁਨੀ, ਇਸ ਦੇਹੀ ਨੂੰ ਪ੍ਰਾਪਤ ਕਰਕੇ ਤੂੰ ਹਰੀ ਦਾ ਸਿਮਰਨ ਕਰਨਾ ਕਰ। ਕਿਉਂਕਿ ਸਾਧ ਸੰਗਤ ਜਿਹੜੇ ਤਾਂ ਜਾਨਵਰ ਹੁੰਦੇ ਹਨ ਉਹਨਾਂ ਕੋਲ ਸਰੀਰ ਹੈ ਪਰ ਉਹਨਾਂ ਕੋਲ ਮਨ ਨਹੀਂ, ਜਿਸ ਕਰਕੇ ਉਹ ਸਤਿਗੁਰਾਂ ਦਾ ਭਜਨ ਬੰਦਗੀ ਕਰ ਸਕਣ। ਅਤੇ ਜਿਹੜੇ ਦੇਵਤੇ ਹਨ ਉਹਨਾਂ ਕੋਲ ਮਨ ਤਾਂ ਹੈ ਪਰ ਉਹਨਾਂ ਕੋਲ ਸਰੀਰ ਨਹੀਂ ਕਿ ਉਹ ਸੇਵਾ ਕਰ ਸਕਣ, ਸਿਮਰਨ ਕਰ ਸਕਣ। ਇਸ ਕਰਕੇ ਜਿਹੜੀ ਮਨੁੱਖਾ ਦੇ ਹੀ ਦੁਰਲੱਭ ਹੈ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਇਹ ਤੇਰੇ ਕੋਲ ਸਰੀਰ ਵੀ ਹੈ, ਹੱਥ ਪੈਰ ਵੀ ਹਨ ਸੇਵਾ ਕਰਨ ਵਾਸਤੇ, ਅਤੇ ਇਹ ਜੋ ਮਨ ਵੀ ਹੈ ਬਾਣੀ ਪੜ੍ਹਨ ਵਾਸਤੇ, ਨਾਮ ਸਿਮਰਨ ਕਰਨ ਵਾਸਤੇ। ਤੇ ਇਸ ਕਰਕੇ ਸਤਿਗੁਰੂ ਕਹਿੰਦੇ ਸੋ ਦੇਹੀ ਭਜ ਹਰ ਕੀ ਸੇਵ, ਤੈਨੂੰ ਜਾਨਵਰਾਂ ਤੋਂ ਵੀ ਸ੍ਰੇਸ਼ਟ, ਪਸ਼ੂਆਂ ਤੋਂ ਸ੍ਰੇਸ਼ਟ ਬਣਾਇਆ, ਦੇਵਤਿਆਂ ਤੋਂ ਵੀ ਸ੍ਰੇਸ਼ਟ ਤੈਨੂੰ ਸਰੀਰ ਦਿੱਤਾ। ਇਸ ਕਰਕੇ ਤੂੰ ਇਹ ਹੇ ਜੀਵ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਇਹ ਤੈਨੂੰ ਵਾਰੀ ਮਿਲੀ ਆ, ਕਿਤੇ ਖੁੰਝਾਣਾ ਦੇਵੀ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਕਿ ਫਿਰਤ ਫਿਰਤ ਬੜੀਆਂ ਜੂਨਾਂ ਅੰਦਰ ਫਿਰ ਫਿਰ ਕੇ ਤੈਨੂੰ ਮੁਕਤੀ ਨਹੀਂ ਮਿਲਣੀ ਸੀ, ਨਾ ਹੀ ਮਿਲੀ, ਅਤੇ ਫਿਰ ਤੈਨੂੰ ਮਾਨਸ ਦੇ ਹੀ ਪ੍ਰਾਪਤ ਹੋਈ ਪਰਮੇਸ਼ਰ ਦੀ ਕਿਰਪਾ ਦੇ ਨਾਲ। ਨਾਨਕ ਕਹਿਤ ਮਿਲਣ ਕੀ ਬਰੀਆ, ਹੁਣ ਤੈਨੂੰ ਮਿਲਣ ਦੀ ਵਾਰੀ ਮਿਲ ਗਈ ਆ। ਸਿਮਰਤ ਕਹਾ ਨਹੀਂ, ਹੁਣ ਕਿਉਂ ਨਹੀਂ ਸਿਮਰਦਾ? ਹੁਣ ਤੈਨੂੰ ਸਰੀਰ ਵੀ ਮਿਲ ਗਿਆ, ਮਨ ਵੀ ਮਿਲ ਗਿਆ, ਮਨੁੱਖਾ ਦੇਹੀ ਦੁਰਲੱਭ ਜਿਹੜੀ ਮਿਲ ਗਈ, ਹੁਣ ਕਿਉਂ ਨਹੀਂ ਸਿਮਰਨ ਭੰਜਗੀ ਬੰਦਗੀ ਕਰਦਾ, ਭਜਨ ਕਰਦਾ? ਤੈਨੂੰ ਕਰਨਾ ਚਾਹੀਦਾ ਹੈ, ਕਿਉਂਕਿ ਇਹ ਤੇਰੀ ਬਰੀਆ, ਤੈਨੂੰ ਇਹ ਵਾਰੀ ਮਿਲ ਗਈ ਹੈ। ਇਸ ਪ੍ਰਕਾਰ ਸਤਿਗੁਰ ਫਰਮਾਉਂਦੇ ਬਰੀਆ ਭਾਵ ਬਾਰੀ, ਖੁੱਲੀ ਹੋਈ ਬਾਰੀ, ਇਹ ਜੋ ਮਨੁੱਖਾ ਦੇਹੀ ਮਿਲੀ ਹੈ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਇਹ ਬਾਰੀ ਹੈ, ਭਾਵ ਕਿ ਇਸ ਦੇ ਵਿੱਚੋਂ ਤੂੰ ਬਾਹਰ ਨਿਕਲ ਸਕਦਾ ਹੈ। ਜਿਹੜੀਆਂ ਬਾਕੀ ਜੂਨਾਂ ਉਹ ਬਾਰੀਆਂ ਬੰਦ ਹਨ, ਦਰਵਾਜ਼ੇ ਉਹਨਾਂ ਦੇ ਬੰਦ ਹਨ, ਉਹ ਜੂਨਾਂ ਦੇ ਵਿੱਚ ਫਸੇ ਹੋਏ ਹਨ, ਪਰ ਇੱਕੋ ਹੀ ਬਾਰੀ ਜਿਹੜੀ ਹੈ ਇਹ ਖੁੱਲੀ ਹੋਈ ਹੈ। ਤੂੰ ਇਸ ਦੇ ਵਿੱਚੋਂ ਨਿਕਲ ਕੇ ਸਤਿਗੁਰਾਂ ਦੇ ਦਰ ਤੇ ਸਨਮੁਖ ਹੋ ਕਰਕੇ ਤੇ ਸਤਿਗੁਰਾਂ ਦੇ ਦਰ 'ਚ ਸਮਾ ਕੇ ਤੇ 84 ਲੱਖ ਜੂਨਾਂ ਤੋਂ ਤੂੰ ਮੁਕਤ ਹੋ ਸਕਦਾ ਹੈ। ਐਸਾ ਇਹ ਮਨੁੱਖਾ ਦੇ ਸਤਿਗੁਰਾਂ ਨੇ ਦੇਹੀ ਬਖਸ਼ਿਸ਼ ਕੀਤੀ ਅਤੇ ਆਪਾਂ ਨੂੰ ਇਸ ਪਰਮੇਸ਼ਰ ਨਾਲ ਮਿਲਣ ਦੀ ਇਸ ਸਤਿਗੁਰਾਂ ਨੇ ਆਪਾਂ ਨੂੰ ਵਾਰੀ ਬਖਸ਼ਿਸ਼ ਕਰ ਦਿੱਤੀ ਹੈ। ਇੱਥੋਂ ਛੁੜਕਿਆ ਠੌਰ ਨਾ ਪਾਏ, ਫਿਰ ਜੇ ਇੱਥੋਂ ਖੁੰਝ ਗਿਆ ਨਾ ਮੌਕਾ, ਇੱਥੋਂ ਛੁੜਕਿਆ ਠੌਰ ਨਾ ਪਾਏ, ਫਿਰ ਕਿਤੇ ਹੋਰ ਟਿਕਾਣਾ ਨਹੀਂ ਫਿਰ ਮਿਲਣਾ ਵੀ ਕਿਸ ਤਰੀਕੇ ਨਾਲ ਪਰਮੇਸ਼ਰ ਨਾਲ ਮਿਲੂੰਗਾ ਤੂੰ। ਇਹੀ ਵਾਰੀ ਮਿਲੀ ਹੈ। ਪੌੜੀ ਛੁੜਕੀ ਫਿਰ ਹਾਥ ਨਾ ਆਵੈ, ਅਹਿਲਾ ਜਨਮ ਗਵਾਇਆ। ਇਹ ਪੌੜੀ ਜਿਹੜੀ ਮਨੁੱਖਾ ਦੇ ਹੱਥੋਂ ਛੁੜਕ ਗਈ ਨਾ, ਤੇ ਇੱਕ ਵਾਰੀ ਡਿੱਗ ਗਿਆ ਤੇ ਫਿਰ ਇਹ ਕੰਮ ਔਖਾ ਹੋਵੇਗਾ। ਇਹ ਮੁੜ ਕੇ ਫਿਰ ਅਹਿਲਾ ਜਨਮ ਗਵਾਇਆ, ਇਹ ਜਿਹੜਾ ਅਹਿਲਾ ਦੁਰਲੱਭ ਜਨਮ ਸੀ ਇਹ ਤੇਰਾ ਗਵਾਚ ਜਾਵੇਗਾ, ਮੁੜ ਕੇ ਤੈਨੂੰ ਛੇਤੀ ਮਿਲਣਾ ਨਹੀਂ ਫਿਰ ਪਰਮੇਸ਼ਰ ਦੇ ਨਾਲ ਮਿਲਣ ਲਈ। ਸੂਦੇ ਸੂਦੇ ਰੇਗ ਚਲਹੋ ਤੁਮ, ਨਤਰ ਕੁਦ ਕਾ ਦਿਵਈ ਹੈ ਰੇ। ਵੀ ਸਿੱਧੇ ਸਿੱਧੇ ਮਹਾਰਾਜ ਦੇ ਦਰ ਤੇ, ਸਤਿਗੁਰਾਂ ਦੇ ਰਾਹ ਤੇ ਸਿੱਧਾ ਹੋ ਕੇ ਤੁਰਿਆ ਚੱਲ ਤੇ ਬਖਸ਼ਿਆ ਜਾਵੇਗਾ। ਤੇ ਜੇ ਮਨ ਦੇ ਮਗਰ ਲੱਗ ਕੇ ਟੇਢੇ ਮੇਢੇ ਕਾਰਜ ਕਰਨ ਲੱਗ ਪਿਆ ਨਾ, ਵਿਕਾਰਾਂ 'ਚ ਫਸ ਗਿਆ, ਤੇ ਫਿਰ ਇਹ ਜਿਹੜੀ ਮਨੁੱਖਾ ਦੇਹੀ ਹੈ ਇਹ ਵਿਅਰਥ ਚਲੀ ਜਾਵੇਗੀ। ਇਸ ਪ੍ਰਕਾਰ ਸਤਿਗੁਰ ਫਰਮਾ ਰਹੇ ਹਨ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਪਰਮੇਸ਼ਰ ਨੂੰ ਮਿਲਣ ਦੀ ਇਹ ਤੈਨੂੰ ਵਾਰੀ ਮਿਲੀ ਹੈ।
ਅਵਰ ਕਾਜ ਤੇਰੇ ਕਿਤੇ ਨ ਕਾਮ। ਅਵਰ ਕਾਜ ਭਾਵ ਹੋਰ ਕੰਮ, ਤੇਰਾ ਕਿਤੇ ਨਾ ਕੰਮ, ਵੀ ਤੇਰੇ ਜਿਹੜੇ ਹੋਰ ਕੰਮ ਕਰਨੇ ਹਨ ਉਹ ਕਿਸੇ ਕੰਮ ਨਹੀਂ। ਭਾਵ ਕਿ ਅਵਰ ਕਾਜ ਜਿਹੜਾ ਸਿਮਰਨ ਤੋਂ ਬਿਨਾ, ਸਤ ਸੰਗਤ ਤੋਂ ਬਿਨਾ ਜਿਹੜੇ ਹੋਰ ਦੁਨੀਆ ਦੇ ਕਾਰਜ ਕਰਨੇ ਹਨ, ਕਿਤੇ ਨਾ ਕੰਮ, ਤੇਰੇ ਕਿਸੇ ਕੰਮ ਨਹੀਂ ਆਉਣੇ। ਭਾਵ ਜੋ ਮੁਕਤੀ ਤੋਂ ਪ੍ਰਾਪਤ ਕਰਨੀ ਹੈ, ਜੋ ਸਤਿਗੁਰਾਂ ਦੇ ਦਰ ਤੇ ਸਮਾ ਜਾਣਾ ਹੈ, ਜੋ ਸੁਰਖਰੂ ਹੋਣਾ ਹੈ, ਉੱਥੇ ਤਾਂ ਕੇਵਲ ਨਾਮ ਸਿਮਰਨ ਦਾ ਜਿਹੜਾ ਕਾਰਜ ਹੈ ਉਹੀ ਕੰਮ ਆਵੇਗਾ। ਦੁਨੀਆ ਦੇ ਕੰਮ ਤਾਂ ਦੁਨੀਆ ਦੇ ਵਿੱਚ ਹੀ ਰਹਿ ਜਾਣੇ ਹਨ। ਧਨ ਕਮਾ ਲਿਆ, ਘਰ-ਬਾਰ ਛੱਤ ਲੈ, ਚੰਗਾ ਜ਼ਮੀਨ ਜਾਇਦਾਦ ਬਣਾ ਲਿਆ, ਪਰ ਪੁੱਤਾਂ ਧੀਆਂ ਦੇ ਵਾਸਤੇ ਵੀ ਧਨ ਬਹੁਤਾ ਜੋੜ ਲਿਆ, ਪਰ ਇਹ ਸਾਧ ਸੰਗਤ ਸਤਿਗੁਰੂ ਫਰਮਾ ਰਹੇ ਹਨ ਕਿ ਇਹ ਇੱਥੇ ਹੀ ਰਹਿਣਾ ਹੈ। ਆਸਾ ਦੀ ਵਾਰ 'ਚ ਆਪਾਂ ਪੜ੍ਹਦੇ ਹਨ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਆਪਾਂ ਅਖਵਾਉਣੇ ਹਾਂ ਕਿ ਹਾਂ ਅਸੀਂ ਬਹੁਤ ਵੱਡੇ ਦੁਨੀਆਦਾਰ ਹਾਂ, ਅਸੀਂ ਆਪਦਾ ਪਰਿਵਾਰ ਪਾਲਦੇ ਹਾਂ। ਦੁਨੀਆਦਾਰੀ ਅਖੇ ਵੀ ਦੁਨੀਆਦਾਰੀ ਦਾ ਜਿਹੜਾ ਧਰਮ ਹੈ, ਦੁਨੀਆਦਾਰ ਹਾਂ ਅਸੀਂ। ਬੜਾ ਖੁਸ਼ ਹੋ ਕੇ ਅਸੀਂ ਦੱਸਦੇ ਹਾਂ ਕਿ ਅਸੀਂ ਬਹੁਤ ਕੰਮ ਕਰਦੇ ਹਾਂ, ਇੱਕ ਮਿੰਟ ਵੀ ਵਿਹਲਾ ਨਹੀਂ। ਐਸੇ ਅਸੀਂ ਦੁਨੀਆਦਾਰ ਆਪਦੇ ਪਰਿਵਾਰ ਨੂੰ ਬੜਾ ਪਾਲਦੇ ਹਾਂ, ਅਸੀਂ ਸਾਡੇ ਸਿਰ ਤੋਂ ਸਾਡਾ ਪਰਿਵਾਰ ਚੱਲਦਾ ਹੈ। ਪਰ ਸਤਿਗੁਰੂ ਫਰਮਾਉਂਦੇ ਹਨ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਕਿ ਇਹ ਜਿਹੜੇ ਤੂੰ ਕਾਰਜ ਕਰ ਰਿਹਾ ਹੈ ਇਹ ਤੇਰੇ ਇੱਥੇ ਹੀ ਰਹਿ ਜਾਣੇ ਹਨ। ਮਰਨ ਤੋਂ ਬਾਅਦ ਜਿਹੜਾ ਤੇਰੇ ਕਾਰਜ ਤੇਰੇ ਨਾਲ ਜਾਣਾ ਹੈ ਨਾ, ਉਹ ਸਿਮਰਨ ਤੇ ਭਜਨ ਤੋਂ ਬਿਨਾ ਹੋਰ ਕੋਈ ਨਹੀਂ ਜਾਣਾ। ਇਸ ਪ੍ਰਕਾਰ ਨਾਲ ਇੱਕ ਸਮੇਂ ਜੋ ਭਗਤ ਨਾਮਦੇਵ ਜੀ ਹੋਏ ਹਨ, ਉਹ ਜੋ ਕੱਪੜਾ ਬੁਣਨ ਦਾ ਕਾਰਜ ਕਰਦੇ ਸੀ, ਉਹਨਾਂ ਨੂੰ ਦੇਖ ਕਰਕੇ ਜੋ ਭਗਤ ਤ੍ਰਿਲੋਚਨ ਸਨ ਨਾ, ਉਹ ਭਗਤ ਤ੍ਰਿਲੋਚਨ ਜੀ ਉਹਨਾਂ ਨੇ ਭਗਤ ਨਾਮਦੇਵ ਜੀ ਨੂੰ ਪ੍ਰਸ਼ਨ ਕਰ ਦਿੱਤਾ ਕਿ ਨਾਮਾ ਮਾਇਆ ਮੋਹਿਆ, ਕਿ ਹੇ ਨਾਮਦੇਵ ਤੂੰ ਮਾਇਆ ਦੇ ਮੋਹ ਵਿੱਚ ਲੱਗਾ ਹੋਇਆ ਹੈ, ਕਿ ਤੂੰ ਕਿਰਤ ਕਰ ਰਿਹਾ ਹੈ। ਭਗਤ ਨਾਮਦੇਵ ਜੀ ਕਿਰਤ ਕਰਦੇ ਸੀ। ਤੂੰ ਕਿਰਤ ਕਰ ਰਿਹਾ ਹੈ ਭਾਵ ਤੂੰ ਪੈਸਾ ਕਮਾਉਣ ਲਈ, ਮਾਇਆ ਕਮਾਉਣ ਲਈ ਤੂੰ ਕਿਰਤ ਦੇ ਵਿੱਚ, ਮਾਇਆ ਦੇ ਵਿੱਚ ਫਸਿਆ ਹੋਇਆ ਹੈ। ਕਾਹੇ ਛਿਪੋ ਛਾਇ ਲੈ ਰਾਮ ਨਾ ਲਾਵਹੁ ਚੀਤ, ਵੀ ਤੂੰ ਆਪਦਾ ਕੰਮਕਾਰ ਛੱਡ ਕੇ ਪਰਮੇਸ਼ਰ ਦੇ ਨਾਲ ਚਿੱਤ ਕਿਉਂ ਨਹੀਂ ਲਾਉਂਦਾ? ਤੂੰ ਐਸਾ ਤੂੰ ਮਾਇਆ ਕਮਾਉਣ ਦੇ ਚੱਕਰ ਵਿੱਚ ਪਿਆ ਹੋਇਆ ਹੈ। ਤਾਂ ਉਸ ਸਮੇਂ ਭਗਤ ਨਾਮਦੇਵ ਜੀ ਨੇ ਬੜਾ ਸੁੰਦਰ ਜਵਾਬ ਦਿੱਤਾ। ਕਹਿਣ ਲੱਗੇ, ਨਾਮਾ ਕਹਿ ਤ੍ਰਿਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਿ ਭਗਤ ਨਾਮਦੇਵ ਜੀ ਕਹਿੰਦੇ ਵੀ ਹੱਥਾਂ ਪੈਰਾਂ ਨਾਲ ਮੈਂ ਕਾਰਜ ਕਰਦਾ ਹਾਂ ਸਾਰੇ, ਪਰ ਇਹ ਜਿਹੜੇ ਕਾਰਜ ਮੇਰੇ ਮਨ ਤੇ ਨਹੀਂ ਛਪਦੇ। ਹਾਥ ਪਾਉ ਕਰ ਕਾਮ ਸਭ, ਮੈਂ ਸਾਰੇ ਕੰਮ ਹੱਥਾਂ ਪੈਰਾਂ ਨਾਲ ਕਰਦਾ ਹਾਂ ਚੀਤ ਨਿਰੰਜਨ ਨਾਲ, ਪਰ ਜਿਹੜਾ ਮੇਰਾ ਚਿੱਤ ਹੈ ਉਹ ਨਿਰੰਜਨ ਦੇ ਨਾਲ ਹੀ ਹਰ ਵਕਤ ਰਹਿੰਦਾ ਹੈ। ਜਿਸ ਪ੍ਰਕਾਰ ਨਾਲ, ਜਿਵੇਂ ਉਦਾਹਰਨ ਗੁਰਬਾਣੀ ਅੰਦਰ ਹੀ ਆਉਂਦੀ ਹੈ ਕਿ ਜਿਸ ਪ੍ਰਕਾਰ ਨਾਲ ਬੱਚੇ ਪਤੰਗ ਉਡਾਉਂਦੇ ਹਨ ਤਾਂ ਉਹ ਆਪਦੇ ਸੰਗੀ ਸਾਥੀਆਂ ਨਾਲ ਹੱਸ ਕੇ ਗੱਲਾਂ ਬਾਤਾਂ ਕਰਦੇ ਹਨ। ਸਾਰੇ ਕਾਰਜ ਉਹ ਗੱਲਾਂ ਬਾਤਾਂ ਕਰਦੇ ਹਨ, ਪਰ ਉਹਨਾਂ ਦਾ ਧਿਆਨ ਗੁੱਡੀ ਦੇ ਵਿੱਚ ਹੀ ਰਹਿੰਦਾ ਹੈ ਕਿ ਕਿਤੇ ਆਸੇ-ਪਾਸੇ ਨਾ ਚਲੀ ਜਾਵੇ। ਇਸ ਪ੍ਰਕਾਰ ਨਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜਿਸ ਪ੍ਰਕਾਰ ਨਾਲ ਪੁਰਾਣੇ ਸਮੇਂ ਵਿੱਚ ਇਸਤਰੀਆਂ ਜੋ ਪਾਣੀ ਦੇ ਮਟਕੇ ਗਾਗਰਾਂ ਭਰ ਕੇ ਨਦੀ ਤੋਂ ਲਿਆਉਂਦੀਆਂ ਸਨ, ਉਸ ਸਮੇਂ ਆਪਦੀਆਂ ਸਹੇਲੀਆਂ ਨਾਲ ਗੱਲਾਂ ਬਾਤਾਂ ਕਰਦੀਆਂ ਹਨ ਗੱਲਾਂ ਬਾਤਾਂ ਇੱਕ ਦੂਜੇ ਦੇ ਨਾਲ, ਪਰ ਉਹਨਾਂ ਦਾ ਧਿਆਨ ਮਟਕਿਆਂ 'ਚ ਹੀ ਹੁੰਦਾ ਹੈ ਕਿ ਕਿਤੇ ਉਛਲ ਨਾ ਜਾਵੇ, ਡੋਲ ਨਾ ਜਾਵੇ। ਇਸ ਪ੍ਰਕਾਰ ਨਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਸਾਨੂੰ ਇਸ ਤਰੀਕੇ ਨਾਲ ਚਿੱਤ ਜਿਹੜਾ ਨਿਰੰਜਨ ਨਾਲ ਹਰ ਵਕਤ ਵਾਹਿਗੁਰੂ ਵਾਹਿਗੁਰੂ ਰੋਟੀ ਪਕਾਉਂਦੇ, ਆਟਾ ਗੁੰਨਦੇ, ਹਰ ਕਾਰਜ ਕਰਦੇ ਹੋਏ ਪਰਮੇਸ਼ਰ ਦੇ ਨਾਲ ਚਿੱਤ ਲਾ ਕੇ ਰੱਖਣਾ ਚਾਹੀਦਾ ਹੈ। ਪਰ ਸਾਧ ਸੰਗਤ ਇਹ ਜਿਹੜਾ ਕਾਰਜ ਹੈ ਨਾ ਕਿ ਹਰ ਵਕਤ ਚਿੱਤ ਲੱਗਾ ਰਵੇ ਪਰਮੇਸ਼ਰ ਦੇ ਨਾਲ, ਇਹ ਕਦੋਂ ਅਵਸਥਾ ਹੋਵੇਗੀ? ਸਤਿਗੁਰੂ ਅੱਗੇ ਫਰਮਾਉਣਗੇ ਵੀ ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਿ ਇਹ ਜਿਹੜੀ ਅਵਸਥਾ ਹੈ ਇਹ ਇੱਥੇ ਸਤ ਸੰਗਤ ਤੇ ਆ ਕੇ ਹੀ ਪ੍ਰਾਪਤ ਹੋਵੇਗੀ। ਜੇ ਆਪਾਂ ਕੋਸ਼ਿਸ਼ ਕਰਕੇ ਹੀ ਵੇਖ ਲਈਏ ਕਿ ਕੋਈ ਆਪਾਂ ਕਾਰਜ ਕਰ ਰਹੇ ਹਾਂ, ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰ ਦਿਓ ਤੇ ਸਮਾਂ ਨਹੀਂ ਲੱਗੇਗਾ, ਮਿੰਟ 2 ਨਹੀਂ ਲੱਗਣਗੇ, ਮਿੰਟ 10 ਸਕਿੰਟ ਨਹੀਂ ਲੱਗਣਗੇ, ਪਰਮੇਸ਼ਰ ਦਾ ਨਾਮ ਭੁੱਲ ਜਾਵੇਗਾ। ਇਹ ਮਨ ਜਿਹੜਾ ਹੋਰ ਪਾਸੇ ਨੂੰ ਵਿਚਾਰਾਂ ਵਿੱਚ, ਕੰਮ ਦੇ ਵਿਚਾਰਾਂ ਵਿੱਚ ਫਿਰ ਤੁਰ ਪਵੇਗਾ।
ਇਹ ਇਸ ਤਰੀਕੇ ਨਾਲ ਨਹੀਂ ਲੱਗਦਾ। ਤੇ ਜਿਹੜੀ ਇਹ ਅਵਸਥਾ ਨਾ ਭਗਤ ਜੀ ਨੇ ਆਖੀ ਵੀ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਇਹ ਤਾਂ ਹੀ ਪ੍ਰਾਪਤ ਹੋਵੇਗੀ ਜੇ ਸਤ ਸੰਗਤ ਵਿੱਚ ਆਣ ਕਰਕੇ ਸਤਿਗੁਰਾਂ ਦਾ ਬਚਨ ਸੁਣਾਂਗੇ, ਸਤਿਗੁਰਾਂ ਦੇ ਜੋ ਹੁਕਮ ਕਰਦੇ ਹਨ ਗੁਰਬਾਣੀ ਅੰਦਰ ਉਹ ਸਰਵਣ ਕਰਾਂਗੇ। ਫਿਰ ਸਤਿਗੁਰੂ ਜੀ ਆਪਣੇ ਤੇ ਤਰਸ ਕਰਕੇ ਬਖਸ਼ਿਸ਼ ਕਰ ਦੇਣਾ। ਫਿਰ ਇਹ ਅਵਸਥਾ ਵੀ ਹਾਥ ਪਾਉ ਕਰ ਕਾਮ ਸਭ ਤੇ ਚੀਤ ਨਿਰੰਜਨ ਨਾਲ, ਇਹ ਫਿਰ ਇਹ ਗੱਲ ਬਣਨੀ ਹੈ। ਇਸ ਤਰੀਕੇ ਨਾਲ ਸਤਿਗੁਰੂ ਫਰਮਾਉਂਦੇ ਕਿ ਅਵਰ ਕਾਜ ਤੇਰੇ ਕਿਤੇ ਨਾ ਕੰਮ, ਇਹ ਤੂੰ ਜਿਹੜੇ ਦੁਨੀਆ ਦੇ ਕਾਰਜ ਕਰ ਰਿਹਾ ਹੈ ਇਹ ਤੇਰੇ ਕੰਮ ਕਿਤੇ ਨਹੀਂ ਆਉਣੇ, ਇੱਥੇ ਦੁਨੀਆ 'ਚ ਹੀ ਰਹਿ ਜਾਣੇ ਹਨ। ਨਾਲ ਤੇਰੇ ਜਿਹੜਾ ਮੁਕਤੀ ਦੇ ਕਾਰਜ ਵਿੱਚ ਕੰਮ ਆਉਣਾ ਹੈ ਉਹ ਕੇਵਲ ਭਜਨ ਅਤੇ ਸਤਿਗੁਰਾਂ ਦੀ ਸੇਵਾ ਹੀ ਆਉਣੀ ਹੈ। ਜਿਸ ਪ੍ਰਕਾਰ ਨਾਲ ਦੁਨੀਆ ਤੇ ਅਨੇਕਾਂ ਕਾਰਜ ਮਨੁੱਖ ਕਰਦਾ ਹੈ, ਸਾਇੰਸ ਦੇ ਤਜਰਬੇ ਬੜੇ ਬੜੇ ਕਰ ਲੈ, ਬੜੀਆਂ ਸਹੂਲਤਾਂ, ਟੈਲੀਫੋਨ, ਟੈਲੀਵਿਜ਼ਨ, ਹਰੇਕ ਚੀਜ਼ ਦੀ ਸਹੂਲਤ ਬਣਾ ਲਈ, ਡਾਕਟਰੀ ਇਲਾਜ ਇਹਨਾਂ ਉੱਪਰ ਤੱਕ ਸਿਖਰ ਤੱਕ ਚਲਾ ਗਿਆ, ਜੋ ਜੀਵਾਂ ਦੀ ਜਾਨ ਬਚਾਉਣ ਤੱਕ ਚਲਾ ਗਿਆ। ਇਤਨੇ ਕਾਰਜ ਮਨੁੱਖ ਨੇ ਕਰ ਲਏ, ਪਰ ਫਿਰ ਵੀ ਸਤਿਗੁਰੂ ਕਹਿੰਦੇ ਅਵਰ ਕਾਜ ਤੇਰਾ ਕਿਤੇ ਨਾ ਕਾਮ, ਤੂੰ ਜੋ ਮਰਜ਼ੀ ਕਰ ਲਾ ਪਰ ਅਵਰ ਕਾਜ, ਨਾਮ ਤੋਂ ਬਿਨਾ, ਸੇਵਾ ਤੋਂ ਬਿਨਾ ਜਿਹੜਾ ਤੇਰਾ ਕਾਰਜ ਹੈ ਉਹ ਤੇਰੇ ਮੁਕਤੀ ਦੇ ਕਿਸੇ ਕੰਮ ਨਹੀਂ ਆਉਣਾ। ਜਿਸ ਪ੍ਰਕਾਰ ਰੁੱਖ ਦੇ ਉੱਪਰ ਪੱਤੇ ਵੀ ਹੋਣ, ਟਾਹਣੀਆਂ ਵੀ ਹੋਣ, ਉਸ ਦੀ ਛਾਂ ਵੀ ਹੋਵੇ, ਉਸ ਨੂੰ ਫੁੱਲ ਵੀ ਲੱਗੇ ਹੋਣ, ਤੇ ਜੇਕਰ ਜਿਹੜੇ ਫਲ ਦਾ ਬੂਟਾ ਤੇ ਉਸ ਨੂੰ ਫਲ ਨਾ ਲੱਗੇ, ਫਿਰ ਆਪਾਂ ਕਹੀਦਾ ਕਿ ਇਹ ਤਾਂ ਨਿਸਫਲ ਹੀ ਗਿਆ ਨਾ, ਵੀ ਇਹਨੂੰ ਤਾਂ ਕੋਈ ਫਲ ਹੀ ਨਹੀਂ ਲੱਗਾ, ਇਹਦਾ ਜੰਮਿਆ ਹੀ ਰੁੱਖ ਦਾ ਵਿਅਰਥ ਹੋ ਗਿਆ। ਇਸ ਪ੍ਰਕਾਰ ਜਿਹੜੀ ਮਨੁੱਖਾ ਦੇਹੀ ਆ ਤੇ ਇਹ ਪੱਤਿਆਂ ਦੀ ਨਿਆਈ, ਫੁੱਲਾਂ ਦੀ ਨਿਆਈ, ਆਪਾਂ ਸਾਰੇ ਕਾਰਜ ਧੀਆਂ ਪੁੱਤਰਾਂ ਵਾਸਤੇ, ਆਪਦੇ ਮਾਂ-ਪਿਓ ਵਾਸਤੇ ਜੋ ਕੁਝ ਵੀ ਕਰਨਾ ਹੈ ਇਹ ਸਿਰਫ ਤਾਂ ਸਿਰਫ ਇਹ ਫੁੱਲਾਂ ਤੇ ਪੱਤਿਆਂ ਦੀ ਨਿਆਈ ਹੈ ਇੱਥੇ ਸੰਸਾਰ ਵਿੱਚ। ਜੇਕਰ ਜਿਹੜਾ ਫਲ ਹੈ ਨਾ, ਨਾਮ ਦਾ ਫਲ ਨਹੀਂ ਨਾ ਲੱਗਾ, ਤੇ ਇਹ ਜਿਹੜੀ ਮਨੁੱਖਾ ਦੇਹੀ ਗੋਬਿੰਦ ਮਿਲਣ ਕੀ ਜਿਹੜੀ ਵਾਰੀ ਆ ਇਹ ਵਿਅਰਥ ਹੀ ਚਲੇ ਜਾਵੇਗੀ। ਇਸ ਪ੍ਰਕਾਰ ਨਾਲ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਨਾਮ ਤੋਂ ਬਿਨਾਂ ਕੁਛ ਵੀ ਨਾਲ ਨਹੀਂ ਜਾਣਾ। ਨਾਮ ਵਿਸਾਰ ਲੱਗਾ ਹੈ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਦੇ ਨਾਮ ਨੂੰ ਵਿਸਾਰ ਕੇ, ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕੇ ਤੇ ਹਰੇ ਹੋਰ ਲਾਲਚ ਵਿੱਚ ਲੱਗਾ ਰਿਹਾ ਕਿ ਮੈਂ ਆਹ ਵੀ ਇਕੱਠਾ ਕਰ ਲਾਂ, ਉਹ ਵੀ ਧਨ ਇਕੱਠਾ ਕਰ ਲਵਾਂ। ਬਿਰਥਾ ਜਨਮ ਸਿਰਾਣੀ, ਕਿ ਜਨਮ ਤੇਰਾ ਇਸੇ ਚੱਕਰ ਦੇ ਅੰਦਰ ਵਿਅਰਥ ਚਲਾ ਜਾਵੇਗਾ। ਜੋ ਦੁਰਲਭ ਦੇਹੀ ਹੈ ਨਾ, ਭਈ ਪ੍ਰਾਪਤ ਮਾਨੁਖ ਦੇਹਰੀਆ, ਵੀ ਵੱਡੀ ਜਿਹੜੀ ਦੁਰਲਭ ਦੇਹੀ ਤੈਨੂੰ ਪ੍ਰਾਪਤ ਹੋ ਗਈ ਹੈ, ਇਹ ਵਿਅਰਥ ਨਾ ਗਵਾ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਗੋਬਿੰਦ ਦੇ ਭਜਨ ਤੋਂ ਬਿਨਾਂ ਕੰਮ ਸਾਰੇ ਹੀ ਵਿਅਰਥ ਹਨ। ਹਾਂ, ਕੰਮ ਕਰਨੇ ਹਨ, ਜ਼ਰੂਰ ਕਰਨੇ ਹਨ, ਆਪਦੇ ਨਿਰਬਾਹ ਵਾਸਤੇ ਕੰਮ ਕਰਨੇ ਹਨ, ਪਰ ਜਿਹੜਾ ਚਿੱਤ ਲਾਉਣਾ ਹੈ ਨਾ ਉਹ ਪਰਮੇਸ਼ਰ ਦੇ ਨਾਲ ਹੀ ਲਾਉਣਾ ਹੈ। ਇਹ ਨਾ ਸਮਝ ਲਵੀਂ ਕਿ ਮੈਂ ਦੁਨੀਆਦਾਰ ਵੱਡਾ ਹੋ ਕਰਕੇ ਮੈਂ ਆਪਦੇ ਦੁਨੀਆ ਦੇ ਕਾਰਜ ਕਰ ਲੂੰਗਾ ਤੇ ਇਸ ਨਾਲ ਮੈਂ ਪ੍ਰਵਾਨ ਹੋ ਜਾਊਂਗਾ, ਕਿ ਮੈਨੂੰ ਤਾਂ ਮਨੁੱਖ ਇਸ ਪਰਮਾਤਮਾ ਨੇ ਬਣਾਇਆ ਹੀ ਕੰਮ ਕਰਨ ਵਾਸਤੇ ਹੈ। ਪਰ ਸਤਿਗੁਰੂ ਫਰਮਾਉਂਦੇ ਹਨ, ਜਿਵੇਂ ਅੱਗੇ ਬਚਨ ਸਾਂਝਾ ਕੀਤਾ ਕਿ ਵੱਡਾ ਹੋਵਾ ਦੁਨੀਆਦਾਰ, ਗਲ ਸੰਗਲ ਘੱਤ ਚਲਾਇਆ। ਤੂੰ ਆਪਦੇ ਆਪ ਨੂੰ ਵੱਡਾ ਦੁਨੀਆਦਾਰ ਅਖਵਾਉਣਾ ਹੈ ਕਿ ਮੈਨੂੰ ਤਾਂ ਕੰਮ ਕਰਨ ਵਾਸਤੇ ਰੱਬ ਨੇ ਬਣਾਇਆ। ਫਿਰ ਗਲ ਸੰਗਲ ਘੱਤ ਚਲਾਇਆ ਤੇ ਤੇਰੇ ਗਲੇ 'ਚ ਸੰਗਲ ਪਾ ਕੇ ਜਿਹੜੇ ਧਰਮਰਾਜ ਦੇ ਜਿਹੜੇ ਜਮਦੂਤ ਆ ਫਿਰ ਤੈਨੂੰ ਲਿਜਾਣਗੇ, ਗਲ ਦੇ ਵਿੱਚ ਸੰਗਲ ਪਾ ਕੇ ਤੇ ਘੜੀਸ ਕੇ ਖੜਨਗੇ। ਇਹ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ, ਕਿ ਮੁਕਤੀ ਦੇ ਕਾਰਜ, ਮੁਕਤੀ ਦੇ ਵਿੱਚ ਤੇਰੇ ਹੋਰ ਕੋਈ ਕਾਰਜ ਕੀਤਾ ਹੋਇਆ ਕੰਮ ਨਹੀਂ, ਕੇਵਲ ਭਜਨ ਹੀ, ਨਾਮ ਦਾ ਹੀ। ਜੋ ਅੱਗੇ ਸਤਿਗੁਰੂ ਫਰਮਾ ਰਹੇ ਹਨ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਭਜ ਕੇਵਲ ਨਾਮ, ਕੇਵਲ ਨਾਮ ਦਾ ਹੀ ਭਜਨ ਕਰ, ਨਾਮ ਦਾ ਹੀ ਆਸਰਾ ਲੈ, ਨਾਮ ਹੀ ਮਿਲ ਸਾਧ ਸੰਗਤ, ਸਤ ਸੰਗਤ ਦੇ ਵਿੱਚ ਆਣ ਕਰਕੇ ਨਾਮ ਦਾ ਆਸਰਾ ਲੈ ਕਰਕੇ ਜੋ ਨਾਮ ਜਪਣਾ ਹੈ, ਇਹੀ ਫਿਰ ਕਾਰਜ ਨਾਲ ਜਾਣਾ ਹੈ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਕਿਸੇ ਕੰਮ ਨਹੀਂ ਆਉਣੇ। ਜਪੋ ਤਾਂ ਇੱਕੋ ਨਾਮਾ, ਅਵਰ ਨਿਰਾਫਲ ਕਾਮਾ, ਜਪਣਾ ਤਾਂ ਇੱਕੋ ਨਾਮ ਹੀ ਜਪੋ। ਅਵਰ ਹੋਰ ਜਿਹੜੇ ਕੰਮ ਕਰਨੇ ਹਨ ਉਹ ਨਿਸਫਲ ਹਨ, ਵਿਅਰਥ ਹਨ। ਏਕੋ ਜਪ ਏਕੋ ਸਾਹ ਲਾਹੇ, ਏਕ ਸਿਮਰ ਏਕੋ ਮਨ ਆਹੇ। ਬਸ ਉਹ ਇੱਕੋ ਦਾ ਨਾਮ ਹੀ ਜਪਣਾ ਚਾਹੀਦਾ ਹੈ, ਉਸੇ ਦੀ ਹੀ ਸਿਫਤ ਸਲਾਹ ਹਰ ਵਕਤ ਕਰਦੇ ਰਹਿਣਾ ਚਾਹੀਦਾ ਹੈ। ਕੋਟ ਮੱਜਣ ਕੀਨੋ ਅਸਨਾਨ, ਕਹਿਣ ਤੋਂ ਭਾਵ ਜਿਹਨੇ ਨਾਮ ਦਾ ਸਿਮਰਨ ਕਰ ਲਿਆ ਉਸਨੇ ਸਾਰੇ ਕਰਮ ਹੀ ਕਰ ਲਏ, ਚਾਰੇ ਵੇਦ ਪੜ੍ਹ ਲਏ, ਸਾਰੇ ਪੁੰਨ ਉਸਨੇ ਕਰ ਲਏ, ਭਾਵ ਇਹ ਉਸ ਦੇ ਤੁੱਲ ਹੋ ਜਾਂਦਾ ਹੈ ਕਿ ਕੋਟ ਮੱਜਣ ਕੀਨੋ ਇਸਨਾਨ, ਲੱਖ ਅਰਬ ਖਰਬ ਦੀਨੋ ਦਾਨ, ਜਾ ਮਨ ਵਸਿਓ ਹਰ ਕੋ ਨਾਮ। ਜਿਹਨੇ ਆਪਦੇ ਮਨ ਦੇ ਅੰਦਰ ਹਰੀ ਦਾ ਨਾਮ ਵਸਾ ਲਿਆ ਨਾ, ਉਸ ਦਾ ਇਉਂ ਹੋ ਜਾਂਦਾ ਵੀ ਉਸਨੇ ਲੱਖਾਂ ਅਰਬਾਂ ਖਰਬਾਂ ਦਾ ਦਾਨ ਕਰ ਦਿੱਤਾ। ਉਸ ਦੇ ਸਾਰੇ ਇਸ਼ਨਾਨ, ਸਾਰੇ ਮੁਕਤੀ ਦੇ ਸਾਧਨ ਆਪੇ ਹੀ ਹੋ ਗਏ, ਜਿਹਨੇ ਕੇਵਲ ਨਾਮ ਨੂੰ ਆਪਦੇ ਹਿਰਦੇ ਵਿੱਚ ਵਸਾਇਆ।
ਇਸ ਪ੍ਰਕਾਰ ਨਾਲ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਮਿਲ ਸਾਧ ਸੰਗਤ ਭਜ ਕੇਵਲ ਨਾਮ, ਕਿ ਇਹੀ ਤੇਰਾ ਕਾਰਜ, ਇਹੀ ਨਾਲ ਨਿਭਣਾ ਹੈ। ਜੇਕਰ ਆਪਾਂ ਸੋਚਦੇ ਹਨ ਕਿ ਹਾਥ ਪਾਉ ਕਰ ਕਾਮ ਸਭ ਤੇ ਚੀਤ ਨਿਰੰਜਨ ਨਾਲ, ਵੀ ਅਸੀਂ ਹੱਥਾਂ ਪੈਰਾਂ ਨਾਲ ਕੰਮ ਕਰੀ ਜਾਵਾਂਗੇ, ਚਲੋ ਚਿੱਤ ਨਿਰੰਜਨ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਵਾਂਗੇ ਤਾਂ ਸੌਖਾ ਆਪਣਾ ਨਿਰਵਾਹ ਹੋ ਜਾਵੇਗਾ, ਮੁਕਤੀ ਹਾਂ ਬਿਲਕੁਲ ਹੋਵੇਗੀ। ਪਰ ਜਿਹੜਾ ਚੀਤ ਨਿਰੰਜਨ ਨਾਲ ਲਾ ਕੇ ਰੱਖਣਾ ਨਾ ਹਰ ਵਕਤ, ਇਹ ਤਾਂ ਸਤਿਗੁਰ ਬਖਸ਼ਿਸ਼ ਕਰਦੇ ਵੀ ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੇਕਰ ਸਤ ਸੰਗਤ ਵਿੱਚ ਆਵੇਗਾ ਤਾਂ ਹੀ ਇਹ ਸੰਭਵ ਹੋ ਸਕੇਗਾ, ਜਿਹੜਾ ਹਰ ਵਕਤ ਪਰਮੇਸ਼ਰ ਦਾ ਨਾਮ ਜਪਦੇ ਰਹਿਣਾ, ਨਹੀਂ ਤਾਂ ਖਿਣ ਪਲ ਵਿੱਚ ਹੀ ਵਿਸਰ ਜਾਂਦਾ ਹੈ ਪਰਮੇਸ਼ਰ ਦਾ ਨਾਮ। ਐਸੀ ਜੋ ਮਾਇਆ ਪ੍ਰਬਲ ਹੈ। ਇਸ ਤਰੀਕੇ ਨਾਲ ਸਤਿਗੁਰ ਫਰਮਾਉਂਦੇ ਹਨ, ਕਰਮ ਧਰਮ ਪਾਖੰਡ ਜੋ ਦਿਸੈ ਹੈ ਤਿੰਨ ਜਮ ਜਾਗਾਤੀ ਲੂਟੈ। ਜਿਹੜੇ ਕਰਮ ਧਰਮ ਆਪਾਂ ਕਰਦੇ ਹਾਂ, ਸੰਸਾਰੀ ਕਰਮ ਕਰ ਲਿਆ ਜਾਂ ਦੂਸਰਿਆਂ ਨੂੰ ਦਿਖਾਉਣ ਮਾਤਰ ਸੇਵਾ ਕਰ ਲਈ, ਦਾਨ ਪੁੰਨ ਕਰਤਾ ਕਿ ਮੈਂ ਦਾਨ ਕੀਤਾ ਗੁਰਦੁਆਰੇ ਨੂੰ, ਇਸ ਤਰੀਕੇ ਨਾਲ ਜੋ ਕਰਮ ਧਰਮ ਹਨ ਇਹ ਜਮ ਜਾਗਾਤੀ ਲੁੱਟੇ, ਇਹ ਤਾਂ ਜਮਾ ਨਹੀਂ ਲੁੱਟ ਲੈਣੇ ਆ, ਇਹ ਨਾਲ ਜਿਹੜਾ ਸਿਰੇ ਤੱਕ ਜਾਣਾ ਹੈ ਨਾ ਉਹ ਪਰਮੇਸ਼ਰ ਦਾ ਨਾਮ ਹੀ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਕੇਵਲ ਨਾਮ ਦਾ ਹੀ ਭਜਨ ਕਰਨਾ ਕਰ। ਸਰੰਜਾਮ ਲਾਗ ਭਵ ਜਲ ਤਰਨ ਕੈ। ਸਰੰਜਾਮ ਤੋਂ ਭਾਵ ਇੰਤਜ਼ਾਮ ਕਰ, ਬੰਦੋਬਸਤ ਕਰ। ਸਰੰਜਾਮ ਲਾਗ ਵੀ ਉਦਮ ਦੇ ਵਿੱਚ ਲੱਗ ਜਾ, ਇੰਤਜ਼ਾਮ ਕਰਨ ਦੇ ਵਿੱਚ ਲੱਗ ਜਾ। ਕਾਹਦੇ? ਭਵ ਜਲ ਤਰਨ ਕੈ। ਜਿਹੜਾ ਭਵ ਜਲ ਭਾਵ ਭੈਦਾਇਕ ਜੋ ਸੰਸਾਰ ਸਮੁੰਦਰ ਹੈ, ਉਸ ਨੂੰ ਤਰਨ ਦੇ ਉਦਮ ਦੇ ਵਿੱਚ, ਇੰਤਜ਼ਾਮ ਦੇ ਵਿੱਚ ਲੱਗ ਜਾ। ਸਤਿਗੁਰੂ ਕਹਿ ਰਹੇ ਹਨ ਜਿਸ ਦੇ ਵਿੱਚ ਵਿਸ਼ੇ ਰੂਪ ਜਲ ਹੈ, ਜਿਹੜਾ ਆਪਾਂ ਪਿੱਛੇ ਵੀ ਬਚਨ ਸਤਿਗੁਰਾਂ ਦਾ ਸਾਂਝਾ ਕੀਤਾ ਕਿ ਪੰਕ ਜੋ ਮੋਹ ਪੱਗ ਨਹੀਂ ਚਾਲੈ। ਇਹ ਸੰਸਾਰ ਸਤਿਗੁਰਾਂ ਨੇ ਬਣਾਇਆ ਨਾ, ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਉੱਥੇ ਸਤਿਗੁਰਾਂ ਨੇ ਆਖਿਆ ਪੰਕ ਜੋ ਮੋਹ ਪੱਗ ਨਹੀਂ ਚਾਲੈ। ਇਹ ਸੰਸਾਰ ਦੇ ਅੰਦਰ ਜਿਹੜਾ ਮੋਹ ਦਾ ਚਿੱਕੜ ਹੈ ਨਾ, ਉਸ ਦੇ ਵਿੱਚ ਇਸ ਜੀਵ ਦਾ ਮੋਹ ਦੇ ਨਾਲ ਇੰਨਾ, ਘਰ ਦੇ ਮੋਹ ਦੇ ਨਾਲ, ਪਰਿਵਾਰ ਦੇ, ਇਸ ਸੰਸਾਰ ਦੇ ਮੋਹ ਦੇ ਨਾਲ ਇੰਨਾ ਫਸ ਗਿਆ ਕਿ ਸਤ ਸੰਗਤ ਵਾਲੇ ਦਾ ਪੈਰ ਨਹੀਂ ਚੱਲਦਾ। ਇੱਥੇ ਸਤਿਗੁਰੂ ਫਰਮਾਉਂਦੇ ਕਿ ਜਿਹੜਾ ਭਵ ਜਲ, ਭੈ ਦਾ ਇੱਕ ਸੰਸਾਰ ਸਮੁੰਦਰ ਹੈ, ਇਹਦੇ ਵਿੱਚ ਜਿਹੜਾ ਜਲ ਹੈ ਇਹ ਵਿਸ਼ਿਆਂ ਵਿਕਾਰਾਂ ਦਾ ਜਲ ਭਰਿਆ ਹੋਇਆ ਹੈ। ਇਸ ਦੇ ਵਿੱਚ ਜੀਵ ਫਸੇ ਹੋਏ ਹਨ, ਫਸ ਰਹੇ ਹਨ, ਤੇ ਇਸ ਨੂੰ ਪਾਰ ਕਰਨ ਦੇ ਤੂੰ ਹੁਣ ਫਿਰ ਸਰੰਜਾਮ ਭਾਵ ਬੰਦੋਬਸਤ, ਇੰਤਜ਼ਾਮ ਕਰਨ 'ਚ ਲੱਗ ਪਾ। ਵੀ ਜਿਹੜਾ ਤੇਰਾ ਇਹ ਭਵਜਲ ਸੰਸਾਰ ਹੈ, ਤੂੰ ਤਰਨਾ ਹੈ। ਇਹ ਤਰਨਾ ਤਾਂ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਹੀ ਹੋਵੇਗਾ। ਤੇ ਜੇਕਰ ਤੂੰ ਇਸ ਸੰਜਮ ਦੇ ਵਿੱਚ ਲੱਗ ਜਾਵੇਗਾ ਨਾ, ਇੰਤਜ਼ਾਮ ਕਰਨ ਦੇ ਵਿੱਚ ਲੱਗ ਗਿਆ, ਨਾਮ ਸਿਮਰਨ ਦੇ ਵਿੱਚ ਲੱਗ ਗਿਆ, ਵੀ ਤੂੰ ਇਹ ਸੋਚ ਲਿਆ ਅੱਜ ਤੋਂ ਵੀ ਮੈਂ ਇਸ ਸੰਸਾਰ ਨੂੰ, ਭਵਜਲ ਨੂੰ ਤਰਨ ਦਾ ਕੰਮ ਕਰਨਾ ਹੈ। ਹੋਰ ਕੰਮ ਵੀ ਕਰਨੇ ਹਨ ਨਿਰਵਾਹ ਵਾਸਤੇ, ਪਰ ਜਿਹੜਾ ਮੇਰਾ ਮੁੱਖ ਕੰਮ ਮੇਰਾ ਇਹੀ ਹੋਵੇਗਾ। ਤਾਂ ਉਸ ਸਮੇਂ ਫਿਰ ਸਤਿਗੁਰੂ ਫਰਮਾਉਂਦੇ ਹਨ, ਅਚਿੰਤ ਕੰਮ ਕਰਹਿ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਕਿ ਜਿਨ੍ਹਾਂ ਨੇ ਹਰੀ ਦਾ ਨਾਮ ਪਿਆਰਾ ਕਰਕੇ ਜਾਣ ਲਿਆ ਨਾ, ਫਿਰ ਪਰਮੇਸ਼ਰ ਅਚਿੰਤ ਕੰਮ, ਅਚਿੰਤੇ ਹੀ ਕੰਮ, ਜਿਹੜਾ ਬੰਦਾ ਸੋਚਦਾ ਹੀ ਨਹੀਂ, ਸੋਚ ਹੀ ਨਹੀਂ ਸਕਦਾ, ਐਸੇ ਕੰਮ ਵੀ ਪਰਮੇਸ਼ਰ ਉਹਨਾਂ ਦੇ ਆਪ ਆਣ ਕਰਕੇ ਕਰਦਾ ਹੈ। ਜਿਸ ਪ੍ਰਕਾਰ ਨਾਲ ਆਪਾਂ ਆਰਤਾ ਅੰਦਰ ਸ਼ਾਮ ਦੇ ਵੇਲੇ ਵੀ ਰੋਜ਼ ਆਪਾਂ ਪੜ੍ਹਦੇ ਹਨ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਕਿ ਜਿਹੜੇ ਪਰਮੇਸ਼ਰ ਤੇਰੀ ਭਗਤੀ ਕਰਦੇ ਹਨ, ਪਰਮੇਸ਼ਰ ਉਹਨਾਂ ਦੇ ਕਾਰਜ ਆਪ ਆਣ ਕੇ ਫਿਰ ਸਵਾਰਦਾ ਹੈ। ਕਿਉਂਕਿ ਉਹ ਤਾਂ ਉਸ ਉਦਮ ਦੇ ਵਿੱਚ ਲੱਗ ਗਏ ਨਾ, ਪਰਮੇਸ਼ਰ ਨੂੰ ਪ੍ਰਾਪਤ ਕਰਨ ਦੇ ਉਦਮ ਵਿੱਚ ਲੱਗ ਗਏ। ਫਿਰ ਜਿਹੜੇ ਉਹਨਾਂ ਦੇ ਕਾਰਜ ਆ, ਉਹ ਫਿਰ ਪਰਮੇਸ਼ਰ ਆਪ ਉਹਨਾਂ ਦੀ ਜ਼ਿੰਮੇਵਾਰੀ ਲੈ ਕੇ ਉਹਨਾਂ ਨੂੰ ਸਵਾਰਨ 'ਚ ਲੱਗ ਜਾਂਦਾ ਹੈ। ਇਸ ਤਰੀਕੇ ਨਾਲ ਨਾ ਉਹੀ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ। ਕਿ ਆਪਾਂ ਨੂੰ ਫਿਕਰ ਹੈ ਨਾ ਵੀ ਕਿਤੇ ਕੋਈ ਆਪਾਂ ਨੂੰ ਠੱਗ ਨਾ ਲਵੇ, ਕੋਈ ਚੀਜ਼ ਖਰੀਦਣ ਗਿਆ ਆਪਾਂ ਨੂੰ ਕੋਈ ਠੱਗ ਨਾ ਲਵੇ। ਸਤਿਗੁਰੂ ਫਰਮਾਉਂਦੇ ਵੀ ਨਾ ਉਹ ਮਰਹਿ ਨਾ ਠਾਗੇ ਜਾਹੇ, ਉਹ ਕਦੀ ਠੱਗੇ ਨਹੀਂ ਜਾਂਦੇ। ਜਿਨ ਕੈ ਰਾਮ ਵਸੈ ਮਨ ਮਾਹੇ, ਜਿਨ੍ਹਾਂ ਦੇ ਮਨ ਦੇ ਅੰਦਰ ਰਾਮ ਪਰਮੇਸ਼ਰ ਦਾ ਨਾਮ ਵਸ ਗਿਆ ਨਾ, ਤੇ ਉਹ ਕਿਸੇ ਦੀ ਜ਼ਰੂਰਤ ਨਹੀਂ ਕਿ ਉਹਨਾਂ ਨੂੰ ਕਿਸੇ ਗੱਲ ਤੋਂ, ਕਿਸੇ ਚੀਜ਼ ਤੋਂ ਠੱਗ ਕੇ ਤੇ ਆਪ ਦਾ ਭਲਾ ਕਰ ਲਵੇ। ਉਹ ਮਰਹਿ ਨਾ ਠਾਗੇ ਜਾਹੇ, ਐਸਾ ਪਰਮੇਸ਼ਰ ਹੈ। ਉਹ ਅਚਿੰਤ ਕੰਮ ਕਰਹਿ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਜਿਹੜੇ ਇਸ ਸਰੰਜਾਮ ਦੇ ਵਿੱਚ ਲੱਗ ਗਿਆ ਨਾ ਭਵਜਲ ਤਰਨ ਦੇ, ਫਿਰ ਪਰਮੇਸ਼ਰ ਉਹਨਾਂ ਦੀ ਸਾਰ ਆਪ ਲੈਂਦਾ ਹੈ। ਇਸ ਪ੍ਰਕਾਰ ਸਤਿਗੁਰ ਫਰਮਾਉਂਦੇ ਹਨ ਕਿ ਉਦਮ 'ਚ ਲੱਗ ਜਾ, ਸਰੰਜਾਮ ਲਾਗ ਭਵਜਲ ਤਰਨ ਕੈ। ਇਸ ਭੈ ਦਾ ਇੱਕ ਸੰਸਾਰ ਸਮੁੰਦਰ ਨੂੰ ਤਰਨ ਦੇ ਕਾਰਜ ਵਿੱਚ ਲੱਗ ਜਾ। ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਸਤਿਗੁਰੂ ਫਰਮਾ ਰਹੇ ਹਨ, ਜਨਮ ਬ੍ਰਿਥਾ ਜਾਤ, ਇਹ ਤੇਰਾ ਜਨਮ ਹੈ ਇਹ ਵਿਅਰਥ ਹੀ ਜਾ ਰਿਹਾ ਹੈ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ।
ਵੀ ਤੂੰ ਇਹ ਜਿਹੜੀ ਮਨੁੱਖਾ ਦੇਹੀ ਆ ਤੇਰੀ ਜਨਮ ਤੇਰਾ ਵਿਅਰਥ ਬੀਤਿਆ ਜਾ ਰਿਹਾ ਹੈ, ਤੂੰ ਕਿਉਂ ਨਹੀਂ ਇਸ ਦੇ ਉੱਪਰ ਨਿਗਾਹ ਮਾਰਦਾ, ਕਿਉਂ ਨਹੀਂ ਇਸ ਪਾਸੇ ਤੂੰ ਲੱਗਦਾ। ਬੀਤ ਜੈ ਹੈ ਜਨਮ ਅਕਾਜ ਰੇ। ਵੀ ਜਿਹੜਾ ਇਹ ਜਨਮ ਆ ਇਹ ਸਿਮਰਨ ਤੋਂ ਬਿਨਾ, ਮਿਲ ਸਾਧ ਸੰਗਤ, ਭਜ ਕੇਵਲ ਨਾਮ ਤੋਂ ਬਿਨਾ ਇਹ ਤੇਰਾ ਜਨਮ ਇਹ ਬੀਤ ਜਾਵੇਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੁਕਾਰ ਕੇ ਕਹਿ ਰਹੇ ਬੀਤ ਜੈ ਹੈ ਜਨਮ ਅਕਾਜ ਰੇ। ਵੀ ਜਿਹੜਾ ਜਨਮ ਹੈ ਤੇਰਾ ਅਕਾਜ ਹੀ ਬੀਤਿਆ ਜਾ ਰਿਹਾ ਹੈ, ਤੂੰ ਇਸ ਵੱਲ ਧਿਆਨ ਕਰ। ਅਤੇ ਇਹ ਪ੍ਰਸ਼ਨ ਸਤਿਗੁਰਾਂ ਅੱਗੇ ਕਿ ਬੀਤ ਜੈ ਹੈ ਸਤਿਗੁਰੂ, ਇਹ ਕਿਵੇਂ ਬੀਤਦਾ ਜਾ ਰਿਹਾ ਹੈ? ਸਤਿਗੁਰ ਫਰਮਾਉਂਦੇ ਰੰਗ ਮਾਇਆ ਕੈ, ਇਹ ਮਾਇਆ ਦੇ ਰੰਗ ਦੇ ਵਿੱਚ ਫਸ ਕੇ ਇਹ ਵਿਅਰਥ ਬੀਤਿਆ ਜਾ ਰਿਹਾ ਹੈ। ਇਹ ਤੂੰ ਨਾਮ ਸਿਮਰਨ ਨਹੀਂ ਨਾ ਕਰਦਾ, ਕਿਉਂਕਿ ਜੋ ਮਾਇਆ ਦਾ ਸਾਰ ਸੰਗਤ ਸੁਭਾਅ ਹੈ ਕਿ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਿ ਮਾਇਆ ਇਹ ਹੈ ਨਾ ਜਿਸ ਦੇ ਉੱਪਰ ਆਪਦਾ ਇਹ ਪ੍ਰਭਾਵ ਪਾ ਦੇਵੇ, ਫਿਰ ਉਸ ਨੂੰ ਪਰਮੇਸ਼ਰ ਵਿਸਰ ਜਾਂਦਾ ਹੈ। ਮੋਹ ਪੈਦਾ ਹੁੰਦਾ ਹੈ ਪਰਿਵਾਰ ਦਾ, ਸੰਸਾਰ ਦਾ, ਤੇ ਦੂਜਾ ਭਾਉ ਇਹ ਆਪ ਪਰਮੇਸ਼ਰ ਤੋਂ ਛੁੱਟ ਦੂਸਰੇ ਪਾਸੇ ਲਾ ਦਿੰਦੀ ਹੈ ਇਸ ਜੀਵ ਨੂੰ। ਐਸਾ ਮਾਇਆ ਦਾ ਪ੍ਰਭਾਵ ਹੈ। ਸਤਿਗੁਰੂ ਕਹਿੰਦੇ ਕਿ ਜਨਮ ਬਿਰਥਾ ਜਾਤ, ਤੇਰਾ ਜਿਹੜਾ ਜਨਮ ਉਹ ਵਿਅਰਥ ਹੀ ਜਾ ਰਿਹਾ ਹੈ। ਰੰਗ ਮਾਇਆ ਕੈ, ਇਹ ਮਾਇਆ ਰੰਗ ਕੁਸੁੰਭ ਖਿਨ ਮਹਿਲ ਹੈ ਜਾਵਣਾ। ਇਹ ਜਿਹੜਾ ਮਾਇਆ ਦਾ ਰੰਗ ਕੁਸੁੰਭੇ ਦਾ ਰੰਗ ਹੁੰਦਾ ਹੈ ਨਾ, ਜਿਵੇਂ ਉਹ ਛੇਤੀ ਲੱਥ ਜਾਂਦਾ ਹੈ, ਇਸ ਪ੍ਰਕਾਰ ਨਾਲ ਮਾਇਆ ਦਾ ਜਿਸ ਸਮੇਂ ਫਿਰ ਉਹ ਜੋ ਅਖੀਰ ਤੇ ਜੋ ਪਾਜ ਉਗਣਾ ਨਾ, ਤਬ ਜਾਣੇ ਗੋ ਜਬ ਉਗਰੇ ਗੋ ਪਾਜ। ਜਿਸ ਸਮੇਂ ਫਿਰ ਇਹ ਸਰੀਰ ਦੇ ਵਿੱਚੋਂ ਹੱਡਾਂ ਕੂਕੜਕਾਏ, ਜੋ ਕਬੀਰ ਸਾਹਿਬ ਫਰਮਾਉਂਦੇ ਹਨ ਕਿ ਸਰੀਰ ਦੇ ਅੰਦਰੋਂ ਜਿਸ ਸਮੇਂ ਫਿਰ ਕੱਢੀ ਨਾ ਅਗਲਿਆਂ ਨੇ ਆਣ ਕਰਕੇ, ਜਿਹੜੀ ਹੱਡਾਂ ਨੂੰ ਕੜਕਾ ਕੇ ਇਸ ਸਰੀਰ ਦੇ ਅੰਦਰੋਂ ਜਦੋਂ ਰੂਹ ਨੂੰ ਕੱਢਿਆ, ਉਸ ਸਮੇਂ ਪਾਜ ਉਗੜੇਗਾ। ਉਸ ਸਮੇਂ ਇਹ ਮਾਇਆ ਦਾ ਜਿਹੜਾ ਕੱਚਾ ਰੰਗ ਉਸ ਸਮੇਂ ਜਦੋਂ ਲੱਥਿਆ ਤਾਂ ਫਿਰ ਇਹਨੂੰ ਸਮਝ ਆਉਣੀ ਕਿ ਮੈਂ ਤਾਂ ਜੀਵਨ ਆਪਦਾ ਵਿਅਰਥ ਹੀ ਗਵਾ ਲਿਆ। ਇਸ ਪ੍ਰਕਾਰ ਸਤਿਗੁਰੂ ਫਰਮਾਉਂਦੇ ਮਿਲ ਸਾਧ ਸੰਗਤ ਭਜ ਕੇਵਲ ਨਾਮ, ਤੂੰ ਕੇਵਲ ਭਜਨ ਕਰ, ਜਿਸ ਕਰਕੇ ਫਿਰ ਤੇਰਾ ਇਹ ਜਨਮ ਬਿਰਥਾ ਜਾ ਰਿਹਾ ਹੈ। ਇਹ ਬਿਰਥਾ ਨਹੀਂ ਜਾਏਗਾ। ਮਾਇਆ ਦੇ ਰੰਗ ਤੋਂ ਸਤਿਗੁਰੂ ਫਿਰ ਆਪ ਬਚਾ ਲੈਂਦੇ ਹਨ। ਕੌਤਕ ਕੋੜ ਤਮਾਸਿਆ ਚੇਤਨਾ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਓ। ਕਿ ਇਹ ਦੁਨੀਆ ਦੇ ਕੌਤਕ ਆ ਤਮਾਸ਼ੇ ਦੇ ਵਿੱਚ ਲੱਗ ਗਿਆ ਨਾ, ਆ ਦੁਨੀਆ ਦਾ ਤਮਾਸ਼ਾ ਹੀ ਸਤਿਗੁਰਾਂ ਨੇ ਖੇਲ ਹੀ ਤਾਂ ਰਚਾਇਆ। ਇਸ ਦੇ ਵਿੱਚ ਮਾਇਆ ਦੇ ਵਿੱਚ ਹੀ ਫਸ ਕੇ ਚੇਤਨਾ ਆਵਸ ਨਾਓ, ਤੇ ਤੈਨੂੰ ਨਾਮ ਪਰਮਾਤਮਾ ਦਾ ਚੇਤੇ ਨਹੀਂ ਨਾ ਆਇਆ, ਸਤ ਸੰਗਤ ਦੇ ਵਿੱਚ ਨਹੀਂ ਆਇਆ। ਫਿਰ ਸਤਿਗੁਰੂ ਕਹਿੰਦੇ ਜਿਹੜਾ ਤੇਰਾ ਜਨਮ ਹੈ ਨਾ ਕੋੜੀ ਨਰਕ ਬਰਾਬਰ ਏ, ਇਹ ਕੋੜੀਆਂ ਵਰਗਾ ਤੇਰਾ ਜਨਮ, ਅਤੇ ਨਰਕ ਬਣ ਜਾਵੇਗੀ ਤੇਰੀ ਜ਼ਿੰਦਗੀ ਵਿਸ਼ਿਆਂ ਵਿਕਾਰਾਂ ਦੇ ਅੰਦਰ, ਨਰਕ ਦੇ ਬਰਾਬਰ ਹੋ ਜਾਵੇਗੀ। ਉੱਜੜ ਸੋਈ ਥਾਂ, ਕਿ ਉਹ ਉਜਾੜ ਹੀ, ਉਹ ਸਰੀਰ ਜਿਸ ਦੇ ਅੰਦਰ ਨਾਮ ਨਹੀਂ, ਉਹ ਵੀ ਉਜਾੜ ਦੀ ਨਿਆਈ, ਨਰਕ ਦੀ ਨਿਆਈ ਹੈ। ਅਤੇ ਜਿਹੜਾ ਘਰ ਦੁਨੀਆ ਦੇ ਅੰਦਰ ਜੋ ਆਪਾਂ ਘਰ ਬਣਾਏ, ਜੇ ਉਸ ਘਰ ਦੇ ਅੰਦਰ ਵੀ ਨਾ ਸਿਮਰਨ ਨਹੀਂ ਹੁੰਦਾ ਤੇ ਜਾ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ, ਸੇ ਘਰ ਮਰਹਠ ਸਾਰਖੇ ਭੂਤ ਬਸਹਿ ਤਿਨ ਮਾਹੇ। ਐਸੇ ਉਹ ਉੱਜੜ ਘਰ ਹੁੰਦੇ ਹਨ ਤੇ ਨਰਕਾਂ ਦੀ ਨਿਆਈ ਹੁੰਦੇ ਹਨ, ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਸਿਮਰਿਆ ਜਾਂਦਾ। ਇਸ ਕਰਕੇ ਸਤਿਗੁਰ ਫਰਮਾਉਂਦੇ ਹਨ ਸਰੰਜਾਮ ਲਾਗ ਭਵਜਲ ਤਰਨ ਕੈ, ਇਸ ਕਾਰਜ ਵਿੱਚ ਲੱਗ ਜਾ, ਸਿਮਰਨ ਦੇ ਵਿੱਚ ਲੱਗ ਜਾ, ਮਿਲ ਸਾਧ ਸੰਗਤ ਭਜ ਕੇਵਲ ਨਾਮ ਦੇ ਇਸ ਕਾਰਜ ਵਿੱਚ ਲੱਗ ਜਾ, ਜਿਹਦੇ ਨਾਲ ਫਿਰ ਬਿਰਥਾ ਜਾਤ ਜਿਹੜਾ ਜਨਮ ਬਿਰਥਾ ਜਾ ਰਿਹਾ ਹੈ ਨਾ, ਇਹ ਵਿਅਰਥ ਨਹੀਂ ਜਾਏਗਾ ਤੇਰਾ। ਜਪ ਤਪ ਸੰਜਮ, ਜਾਪ ਤਾਪ ਸੰਜਮ। ਜਾਪ ਤੋਂ ਭਾਵ ਜਿਹੜਾ ਮਨ ਕਰਕੇ ਬਾਣੀ ਕਰਕੇ ਜੋ ਸਿਮਰਨ ਕਰਨਾ ਸੀ ਪਰਮੇਸ਼ਰ ਦਾ, ਗੁਰਬਾਣੀ ਪੜ੍ਹਨੀ ਸੀ, ਅਤੇ ਤਾਪ ਭਾਵ ਸਰੀਰ ਕਰਕੇ ਜੋ ਸੇਵਾ ਕਰਨੀ ਸੀ ਸਤਿਗੁਰਾਂ ਦੀ, ਪਰਮੇਸ਼ਰ ਦੀ ਦਰ ਦੀ ਸੇਵਾ ਕਰਨੀ ਸੀ, ਅਤੇ ਸੰਜਮ ਭਾਵ ਜੋ ਇਹਨਾਂ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕਣਾ ਸੀ, ਸੰਜਮ ਰੱਖਣਾ ਸੀ, ਮਾੜੇ ਕੰਮਾਂ ਤੋਂ ਰੋਕਣਾ ਸੀ, ਹੱਥਾਂ ਨਾਲ ਚੋਰੀ ਨਹੀਂ ਸੀ ਕਰਨੀ, ਪੈਰਾਂ ਨਾਲ ਕੁਸੰਗਤ ਵਿੱਚ ਚੱਲ ਕੇ ਨਹੀਂ ਸੀ ਜਾਣਾ, ਕੰਨਾਂ ਦੇ ਨਾਲ ਨਿੰਦਿਆ ਸੁਣਨੀ ਨਹੀਂ ਸੀ, ਜ਼ੁਬਾਨ ਦੇ ਨਾਲ ਨਿੰਦਿਆ ਚੁਗਲੀ ਕਰਨੀ ਨਹੀਂ ਸੀ, ਅੱਖਾਂ ਨਾਲ ਬੇਗਾਨਾ ਰੂਪ ਬੇਗਾਨਾ ਧਨ ਨਹੀਂ ਸੀ ਦੇਖਣਾ। ਉਹ ਤੂੰ ਕਾਰਜ ਸਾਰੇ ਹੀ ਕੀਤੇ ਹਨ। ਜਾਪ ਤਾਪ ਸੰਜਮ। ਅੱਗੇ ਸਤਿਗੁਰੂ ਫਰਮਾਉਂਦੇ ਹਨ, ਸਾਰੀ ਪੰਕਤੀ ਪੜ੍ਹ ਦਿਓ। ਧਰਮ ਨਾ ਕਮਾਇਆ, ਨਾ ਕਮਾਇਆ ਵੀ ਨਾ ਜਪ ਕਮਾਇਆ, ਹੇ ਜੀਵ ਤੂੰ ਜਪ ਕੀਤਾ, ਗੁਰਬਾਣੀ ਪੜ੍ਹੀ, ਤਾਪ ਨਾ ਸੇਵਾ ਕੀਤੀ, ਗੁਰ ਸੇਵਾ ਤਪਾ ਸਿਰ ਤਪ ਸਾ, ਜਿਹੜਾ ਸਿਰੇ ਦਾ ਤਪ ਕਰਨਾ ਹੈ ਉਹ ਸਤਿਗੁਰਾਂ ਦੀ ਸੇਵਾ ਹੈ। ਇਸ ਪ੍ਰਕਾਰ ਨਾਲ ਤੂੰ ਸੇਵਾ ਨਹੀਂ ਕੀਤੀ, ਅਤੇ ਨਾ ਹੀ ਸੰਜਮ ਰੱਖਿਆ, ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਿਆ, ਮਾੜੇ ਕੰਮਾਂ ਵੱਲੋਂ ਰੋਕਿਆ ਆਪਦੇ ਮਨ ਨੂੰ, ਅਤੇ ਇਸ ਪ੍ਰਕਾਰ ਨਾਲ ਧਰਮ ਨਾ ਕਮਾਇਆ।
ਅਤੇ ਜਿਹੜੀ ਧਰਮ ਦੀ ਕਮਾਈ ਕਰਨੀ ਸੀ ਉਹ ਵੀ ਨਾ ਤੂੰ ਕੀਤੀ, ਜਿਹੜੇ ਨਿਸ਼ਕਾਮ ਕਰਮ ਕਰਨੇ ਸੀ ਉਹ ਵੀ ਨਹੀਂ ਕੀਤੇ। ਤਜ ਸਭ ਭਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹੋ ਧਰਮ। ਕਿ ਜਿਹੜਾ ਭਜਨ ਕਰਨਾ ਹੈ ਨਾ ਇਹ ਸਭ ਤੋਂ ਉੱਤਮ ਧਰਮ ਕਰਮ ਹੈ। ਜਿਸ ਪ੍ਰਕਾਰ ਨਾਲ ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਜਿਹੜਾ ਸਭ ਤੋਂ ਸ੍ਰੇਸ਼ਟ ਕੰਮ ਕਰਨਾ, ਨਾਮ ਜਪਣ ਵਾਲਾ, ਧਰਮ ਨਾ ਕਮਾਇਆ, ਇਹ ਵੀ ਤੂੰ ਹੇ ਜੀਵ ਨਹੀਂ ਕੀਤਾ। ਇਸ ਪ੍ਰਕਾਰ ਨਾਲ ਸਿੱਖ ਨੇ ਵੀ ਸਤਿਗੁਰਾਂ ਅੱਗੇ ਬੇਨਤੀ ਕਰਨੀ ਕਿ ਸਤਿਗੁਰੂ ਨਾ ਅਸੀਂ ਜਪ ਕੀਤਾ, ਨਾ ਸਾਡੇ ਕੋਲ ਕੋਈ ਤਪ, ਕੋਈ ਸੇਵਾ, ਕੋਈ ਸਿਮਰਨ, ਨਾ ਸਾਡੇ ਇੰਦਰੇ ਕਿਸੇ ਇੰਦਰੇ ਨੇ ਹੀ ਸੰਜਮ ਰੱਖਿਆ, ਕਿਸੇ ਪਾਸਿਓਂ ਰੁਕੇ ਨਹੀਂ, ਨਿੰਦਿਆ ਚੁਗਲੀ ਕਰਨ ਪਾਸੋਂ ਨਹੀਂ ਰੁਕੇ ਅਤੇ ਮਾੜੇ ਕੰਮ ਕਰਨ ਪਾਸੋਂ ਨਹੀਂ ਰੁਕੇ ਅਤੇ ਧਰਮ ਨਾ ਕਮਾਇਆ। ਹੈ ਸਤਿਗੁਰੂ ਅਸੀਂ ਨਾ ਤਾਂ ਕੋਈ ਧਰਮ ਦੀ ਕਮਾਈ ਕੀਤੀ, ਜੋ ਸ੍ਰੇਸ਼ਟ ਧਰਮ ਦੀ ਕਮਾਈ ਨਾਮ ਜਪਣਾ ਅਸੀਂ ਉਹ ਵੀ ਨਹੀਂ ਕੀਤਾ। ਸੇਵਾ ਸਾਧਨਾ ਜਾਣਿਆ ਹਰ ਰਾਇਆ। ਸੇਵਾ ਸਾਧ ਅਤੇ ਸਾਧ ਜਨਾਂ ਦੀ ਸੇਵਾ ਨਾ ਜਾਣਿਆ, ਵੀ ਨਾ ਕਦੀ ਸਾਧੂਆਂ ਦੀ ਸੇਵਾ ਕੀਤੀ, ਸਤ ਸੰਗਤ ਵਿੱਚ ਆਣ ਕਰਕੇ ਸੰਗਤ ਦੀ ਨਾ ਕਦੀ ਸੇਵਾ ਕੀਤੀ। ਇਸ ਪ੍ਰਕਾਰ ਨਾਲ ਸਤਿਗੁਰੂ ਫਰਮਾਉਂਦੇ ਹਨ ਨਾ ਵੀ ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ। ਜਿਹੜੇ ਨੈਣ ਸਾਧ ਜਨਾਂ ਦਾ ਅਤੇ ਸਤਿਗੁਰਾਂ ਦਾ ਦਰਸ਼ਨ ਨਹੀਂ ਕਰਦੇ ਉਹ ਨੈਣ ਵੀ ਅੰਨਿਆਂ ਦੀ ਨਿਆਈ ਹੈ। ਕਰਨ ਨਾ ਸੁਣਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹੈ। ਕਿ ਜਿਹੜੀ ਰਸਨਾ ਨਾਮ ਨਹੀਂ ਨਾ ਜਪਦੀ ਉਹ ਫਿਰ ਤਿਲ ਤਿਲ ਕਰਕੇ ਕੱਟੀ ਜਾਵੇਗੀ। ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟਿਆ। ਫਿਰ ਦਿਨੋਂ ਦਿਨ ਘਾਟਾ ਹੀ ਹੁੰਦਾ ਹੈ ਜੇ ਪਰਮੇਸ਼ਰ ਆਪਾਂ ਨੂੰ ਵਿਸਰ ਜਾਵੇ ਨਾ। ਇਸ ਪ੍ਰਕਾਰ ਨਾਲ ਸਤਿਗੁਰੂ ਫਰਮਾ ਰਹੇ ਹਨ ਵੀ ਹੇ ਜੀਵ ਤੂੰ ਨਾ ਸੇਵਾ ਸਾਧੂਆਂ ਦੀ ਕੀਤੀ, ਨਾ ਜਪ ਤਪ ਕੀਤਾ। ਅਤੇ ਇਸ ਪ੍ਰਕਾਰ ਆਪਾਂ ਵੀ ਸਤਿਗੁਰਾਂ ਅੱਗੇ ਬੇਨਤੀ ਕਰਨੀ ਕਿ ਸਤਿਗੁਰੂ ਨਾ ਅਸੀਂ ਜਾਪ ਕਰਮ ਕੀਤਾ, ਨਾ ਸੇਵਾ ਕੀਤੀ, ਤਪ ਕੀਤਾ, ਨਾ ਸੰਜਮ ਰੱਖਿਆ, ਨਾ ਕੋਈ ਧਰਮ ਦੀ ਕਮਾਈ ਕੀਤੀ, ਨਾ ਹੀ ਸਾਧ ਜਨਾਂ ਦੀ ਅਤੇ ਤੁਹਾਡੀ ਸੰਗਤ ਦੀ ਨਾ ਹੀ ਸੀ ਸੇਵਾ ਕੀਤੀ। ਐਸੀ ਸਾਡੀ ਹਾਲਤ ਹੋ ਗਈ ਹੈ। ਕਹੋ ਨਾਨਕ ਹਮ ਨੀਚ ਕਰਮਾ। ਸਤਿਗੁਰੂ ਨਾਨਕ ਮਹਾਰਾਜ ਫਰਮਾ ਰਹੇ ਹਨ ਤੇ ਸਿੱਖ ਨੇ ਵੀ ਇਸ ਬੇਨਤੀ ਕਰਨੀ ਇਸ ਪ੍ਰਕਾਰ ਕਿ ਹਮ ਨੀਚ ਕਰਮਾ, ਕਿ ਇਹ ਸਤਿਗੁਰੂ ਨੀਚ ਸਾਡੇ ਜਿਹੜੇ ਕਰਮਾਂ ਜੋ ਕਰਮ ਹਨ ਅਸੀਂ ਨੀਚ ਕੀਤੇ ਹਨ, ਬਹੁਤ ਹੀ ਘਟੀਆ ਕਰਮ ਹਨ ਸਾਡੇ। ਕੰਚਨ ਨਾਰੀ ਮਹਿ ਜੀਓ ਲੁਭਤ ਹੈ, ਮੋਹ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ। ਹਰ ਪ੍ਰਭ ਚਿਤ ਨਾ ਆਵਈ ਕਿਉਂ ਛੂਟਾ ਮੇਰੇ ਹਰ ਰਾਇਆ। ਵੀ ਹਰੀ ਪਰਮਾਤਮਾ ਦੇ ਨਾਲ ਚਿੱਤ ਨਹੀਂ ਲਾਇਆ। ਕੰਚਨ ਨਾਰੀ ਮਹਿ ਜੀਓ ਲੁਭਤ ਹੈ, ਕੰਚਨ ਧਨ ਅਤੇ ਨਾਰੀ ਇਸਤਰੀ ਪਰਿਵਾਰ ਦੇ ਅੰਦਰ ਸਾਡਾ ਮਨ ਲੱਗਿਆ ਰਿਹਾ। ਘਰ ਮੰਦਰ ਘੋੜੇ ਖੁਸ਼ੀ, ਘਰ ਜੋ ਮੰਦਰ ਅਸੀਂ ਬਣਾ ਲਏ, ਘੋੜੇ ਭਾਵ ਗੱਡੀਆਂ ਕਾਰਾਂ ਜੋ ਵਿੱਚ ਉਹਨਾਂ ਦੇ ਵਿੱਚ ਸਾਡਾ ਮਨ ਲੱਗ ਕੇ ਰਹਿ ਗਿਆ। ਮਨ ਅਨ ਰਸ ਲਾਇਆ, ਸਤਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਜਿੰਨੇ ਵੀ ਸਾਰੇ ਰਸਾਂ ਦੇ ਵਿੱਚ ਹੀ ਮਨ ਲੱਗ ਗਿਆ। ਸਤਿਗੁਰੂ ਫਰਮਾਉਂਦੇ ਫਿਰ ਇਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਵੀ ਇੰਨੇ ਰਸ ਸਰੀਰ ਨੂੰ ਲੱਗ ਗਏ ਫਿਰ ਨਾਮ ਦਾ ਨਿਵਾਸ ਕਿੱਥੇ ਹੋਵੇ, ਨਾਮ ਕਿਵੇਂ ਵਸ ਜਾਵੇ ਤੇਰੇ ਹਿਰਦੇ ਅੰਦਰ। ਹੈ ਸਤਿਗੁਰੂ ਸਾਡੀ ਐਸੀ ਜੀਵਾਂ ਦੀ ਹਾਲਤ ਹੋ ਗਈ ਹੈ। ਮੇਰੇ RAM ਇਹ ਨੀਚ ਕਰਮ ਹਰ ਮੇਰੇ, ਐਸੇ ਮੇਰੇ ਨੀਚ ਕਰਮ ਹਨ। ਨਾ ਜਾਪ ਤਪ ਸੰਜਮ ਅਤੇ ਨਾ ਕੋਈ ਧਰਮ ਦੀ ਕਮਾਈ ਅਸੀਂ ਕੀਤੀ। ਅਤੇ ਇਸ ਪ੍ਰਕਾਰ ਭੱਟ ਸਾਹਿਬਾਨ ਵੀ ਫਰਮਾਉਂਦੇ ਹਨ ਨਾ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾ ਰਾਸਿਓਂ ਪ੍ਰੀਤ ਲਗਾਈ। ਇਸਤਰੀ ਪੁੱਤਰਾਂ ਦੇ ਅੰਦਰ ਅਸੀਂ ਪ੍ਰੀਤ ਲਗਾਈ। ਇਸ ਪ੍ਰਕਾਰ ਨਾਲ ਜੋ ਭਾਈ ਗੁਰਦਾਸ ਜੀਆਂ ਦਾ ਬਚਨ ਆਉਂਦਾ ਹੈ, ਹਉ ਅਪਰਾਧੀ ਗੁਨਾਹਗਾਰ ਹਉ ਵੇ ਮੁਖ ਮੰਦਾ, ਚੋਰ ਯਾਰ ਜੁਆਰ ਹਉ ਪਾਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨ ਦਾ, ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ। ਇਤਨੇ ਜਿਹੜੇ ਸਾਰੇ ਔਗਣ ਮੇਰੇ ਅੰਦਰ ਹਨ। ਹੈ ਸਤਿਗੁਰੂ ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ੰਦਾ ਸਾਨੂੰ ਬਖਸ਼ ਲਵੋ। ਐਸੇ ਸਾਡੇ ਅੰਦਰ ਔਗਣ ਹਨ। ਇਸ ਪ੍ਰਕਾਰ ਨਾਲ ਸਿੱਖ ਨੇ ਸਤਿਗੁਰਾਂ ਅੱਗੇ ਬੇਨਤੀ ਕਰਨੀ ਹੈ। ਸਰਨ ਭਰੇ ਕੀ ਰਾਖੋ ਸ਼ਰਮਾ। ਅਤੇ ਹੁਣ ਸਤਿਗੁਰੂ ਦੱਸ ਰਹੇ ਹਨ ਜੋ ਬੇਨਤੀ ਕਰਨੀ ਹੈ ਨਾ ਜੀਵ ਨੇ ਇਸ ਪ੍ਰਕਾਰ ਵੀ ਸਰਨ ਪਰੇ ਕੀ ਰਾਖੋ ਸ਼ਰਮਾ। ਕਿ ਸਾਡੀ ਹੁਣ ਫੇ ਪਰਮੇਸ਼ਰ ਐਸੇ ਅਸੀਂ ਨਿਘੜਤ ਜੀਵ ਐਸੇ ਔਗਣਾਂ ਦੇ ਭਰੇ ਹੋਏ ਤੁਹਾਨੂੰ ਚੇਤੇ ਨਹੀਂ ਕੀਤਾ। ਹੁਣ ਅਸੀਂ ਸਰਨ ਪਰੇ ਤੁਹਾਡੀ ਸਰਨ ਪੈ ਗਏ ਹਾਂ। ਸਤਿਗੁਰੂ ਰਾਖੋ ਸ਼ਰਮਾ, ਸਾਡੀ ਲਾਜ ਰੱਖ ਲਓ। ਸਰਨ ਪਰੇ ਕੀ
ਰਾਖੋ ਸਰਮਾ, ਤੁਹਾਡੀ ਸ਼ਰਨ ਆਏ ਹਾਂ, ਸ਼ਰਨ ਆਏ ਦੀ ਤੁਸੀਂ ਲਾਜ ਰੱਖੋ। ਤੁਹਾਡਾ ਬਿਰਦ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹੋ ਬਿਰਦ ਸੁਆਮੀ ਸੰਦਾ ਕਿ ਜੋ ਸ਼ਰਨ ਆਉਂਦਾ ਹੈ ਸਤਿਗੁਰੂ ਤੁਹਾਡੀ, ਉਹਨੂੰ ਤੁਸੀਂ ਕੰਠ ਨਾਲ ਲਾ ਲੈਂਦੇ ਹੋ। ਭਾਵੇਂ ਉਹ ਕਿਤਨਾ ਕੁ ਔਗਣਾ ਦਾ ਭਰਿਆ ਹੋਵੇ, ਜਿਸ ਪ੍ਰਕਾਰ ਨਾਲ ਬੱਚਾ ਕਿਤਨਾ ਕੁ ਗਾਰੇ ਦੇ ਨਾਲ ਘੱਟੇ ਮਿੱਟੀ ਨਾਲ ਲਿਬੜਿਆ ਹੋਵੇ, ਮਾਂ ਪਿਓ ਉਹਨਾਂ ਨੂੰ ਉਸ ਨੂੰ ਗਲ ਦੇ ਨਾਲ ਲਾ ਲੈਂਦਾ ਹੈ ਨਿਸ਼ਚਿੰਤ ਹੀ। ਇਸ ਪ੍ਰਕਾਰ ਹੀ ਸਤਿਗੁਰੂ ਤੁਹਾਡਾ ਵੀ ਅਜਿਹਾ ਸੁਭਾਅ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਤੁਸੀਂ ਕੰਠ ਦੇ ਨਾਲ ਲਗਾ ਲੈਂਦੇ ਹੋ। ਇਸ ਪ੍ਰਕਾਰ ਨਾਲ ਸਾਡੇ ਤੇ ਵੀ ਅਜਿਹੀ ਕਿਰਪਾ ਕਰ ਦਿਓ। ਜਿਸ ਪ੍ਰਕਾਰ ਨਾਲ ਜੀਵਾਂ ਦੀ ਹਾਲਤ ਲਿਖੀ ਹੈ ਨਾ, ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਹ ਕੀ ਪੈਜ ਸਵਾਰੀ। ਹਾਂਜੀ, ਤਵ ਗੁਣ ਕਹਾ ਜਗਤ ਗੁਰਾ, ਜਾਉ ਕਰਮ ਨਾ ਨਾਸੈ। ਵੀ ਜੇ ਇਹ ਪਰਮੇਸ਼ਰ ਵੀ ਤੁਹਾਡੇ ਵਿੱਚ ਫਿਰ ਕਿਹੜਾ ਗੁਣ, ਕਾਹਦਾ ਗੁਣ ਤੁਹਾਡੇ ਅੰਦਰ, ਜੇ ਕਰਮ ਨਾ ਨਾਸ ਹੈ, ਵੀ ਤੁਸੀਂ ਮੇਰੇ ਕਰਮ ਹੀ ਨਹੀਂ ਨਾਸ ਕਰਦੇ। ਅਸੀਂ ਤੁਹਾਡੀ ਸ਼ਰਨ ਆਏ ਹਾਂ, ਸਿੰਘ ਸ਼ਰਨ ਕਤ ਜਾਈਐ, ਜੋ ਜੰਬੁਕ ਗਰਾਸੈ। ਵੀ ਸ਼ੇਰ ਦੀ ਸ਼ਰਨ ਦੇ ਵਿੱਚ ਜਾਇਆ, ਸ਼ੇਰ ਦੀ ਸ਼ਰਨ ਦੇ ਵਿੱਚ ਗਿਆ ਦਾ ਕੀ ਫਾਇਦਾ, ਕਿ ਜੇ ਕੁੱਤੇ ਬਿੱਲਿਆਂ ਨੇ ਹੀ ਸਾਨੂੰ ਡਰਾਉਣਾ ਹੈ, ਸਾਨੂੰ ਵੱਢਣਾ ਟੁਕਣਾ ਹੈ, ਸਾਡਾ ਨੁਕਸਾਨ ਕਰਨਾ ਹੈ, ਸ਼ੇਰ ਦੀ ਸ਼ਰਨ ਜਾਏ ਦਾ ਕੀ ਫਾਇਦਾ ਹੈ। ਸਤਿਗੁਰੂ ਤੁਹਾਡੀ ਸ਼ਰਨ ਆਏ ਦਾ ਅਸੀਂ ਆਏ ਹਾਂ, ਸਾਨੂੰ ਵੀ ਇਹ ਜੋ ਵਿਸ਼ੇ ਵਿਕਾਰ, ਕੁੱਤਿਆਂ ਦੀ ਨਿਆਈ, ਇਹ ਜੋ ਗਿੱਦੜਾਂ ਦੀ ਨਿਆਈ ਹਨ, ਇਹਨਾਂ ਤੋਂ ਸਾਨੂੰ ਬਚਾ ਲਵੋ। ਸਾਡੇ ਜਿਹੜੇ ਔਗਣ ਬਖਸ਼ ਕੇ ਸਾਡੇ ਕਰਮ ਨਾਸ ਕਰ ਦਿਓ। ਭਗਤ ਸਾਹਿਬ ਫਰਮਾਦੇ ਹਨ, ਤਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸ ਹੈ। ਵੀ ਫਿਰ ਤੁਹਾਡਾ ਕਿਹੜਾ ਗੁਣ ਗਿਣੀਏ, ਵੀ ਤੁਹਾਡਾ ਕਾਹਦਾ ਗੁਣ ਸਮਝੀਏ, ਵੀ ਜੇ ਤੁਸੀਂ ਸਾਡੇ ਕਰਮ ਹੀ ਨਹੀਂ ਨਾਸ ਕਰਦੇ। ਐਸੇ ਸਤਿਗੁਰੂ ਬਖਸ਼ਿੰਦ ਹਨ, ਸਾਰੇ ਉਹ ਕਰਮ ਵੀ ਨਾਸ ਕਰਦੇ ਹਨ ਜਿਹੜਾ ਸ਼ਰਨ ਆਵੇ। ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਸਤਿਗੁਰੂ ਅਸੀਂ ਜਪ ਨਹੀਂ ਕੀਤਾ, ਤਾਪ ਨਹੀਂ ਕੀਤਾ, ਕੋਈ ਸੰਜਮ ਨਹੀਂ ਰੱਖਿਆ, ਨਾ ਕੋਈ ਸੇਵਾ ਕੀਤੀ ਸਾਧੂਆਂ ਦੀ, ਤੇ ਨਾ ਕੋਈ ਧਰਮ ਦਾ ਕਰਮ ਕੀਤਾ। ਸਤਿਗੁਰੂ ਸਾਨੂੰ ਬਖਸ਼ ਲਵੋ। ਅਸੀਂ ਤੁਹਾਡੀ ਸ਼ਰਨ ਆਇਆ, ਸ਼ਰਨ ਪਰੇ ਕੀ ਰਾਖੋ ਸਰਮਾ। ਸ਼ਰਨ ਪਰੇ ਕੀ ਰਾਖਤਾ ਨਾਹੀ ਸਹਸਾਇਆ, ਸ਼ਰਮ ਪਈ ਨਾਰਾਇਣੈ ਨਾਨਕ ਦਰ ਪਾਈਓ। ਇਸ ਪ੍ਰਕਾਰ ਨਾਲ ਜੋ ਸ਼ਰਨ ਆਉਂਦਾ ਹੈ ਸਤਿਗੁਰਾਂ ਦੀ, ਉਹ ਸਤਿਗੁਰੂ ਉਹਨਾਂ ਨੂੰ ਫਿਰ ਬਖਸ਼ ਲੈਂਦੇ ਹਨ। ਇਸ ਪ੍ਰਕਾਰ ਨਾਲ ਸਾਨੂੰ ਸਤਿਗੁਰਾਂ ਦੀ ਸ਼ਰਨ ਆ ਕਰਕੇ ਸ਼ਰਨ ਤੱਕਣੀ ਚਾਹੀਦੀ ਹੈ। ਨਾਮ ਸਿਮਰਨ ਸਰੰਜਾਮ ਦੇ ਵਿੱਚ ਲੱਗ ਜਾਣਾ ਚਾਹੀਦਾ ਹੈ। ਇਸ ਸ਼ਬਦ ਦੇ ਅੰਦਰ ਸਤਿਗੁਰੂ ਫਰਮਾਉਂਦੇ ਹਨ, ਫਿਰ ਜਿਹੜੀ ਤੇਰੀ ਇਹ ਮਨੁੱਖਾ ਦੇਹੀ ਹੈ ਨਾ, ਇਹ ਵਿਅਰਥ ਨਹੀਂ ਜਾਏਗੀ। ਦੀਨ ਦਰਦ ਦੁੱਖ ਭੰਜਨਾ, ਘਾਟ ਘਾਟ ਨਾਥ ਅਨਾਥ। ਸਾਰੇ ਰਲ ਕੇ ਸਤਿਗੁਰਾਂ ਅੱਗੇ ਪਾਸ ਬੇਨਤੀ ਕਰੀਏ ਕਿ ਇਹ ਦੀਨ ਦਰਦ ਦੁੱਖ ਭੰਜਣਾ, ਦੀਨਾਂ ਦੇ ਦੁੱਖ ਦਰਦ ਭੰਨਣ ਵਾਲੇ, ਘਾਟ ਘਾਟ ਨਾਥ ਅਨਾਥ, ਘਾਟ ਘਾਟ ਦੀ ਜਾਣਨ ਵਾਲੇ, ਇਹ ਨਾਥ ਅਨਾਥਾਂ ਦੇ ਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ। ਸਤਿਗੁਰੂ ਤੁਹਾਡੀ ਸ਼ਰਨ ਆਇਆ, ਸ਼ਰਨ ਪਰੇ ਕੀ ਰਾਖੋ ਸਰਮਾ, ਸਾਡੀ ਲਾਜ ਰੱਖ ਲਓ, ਤਾਂ ਜੋ ਅਸੀਂ ਵੀ ਇਸ ਸੰਸਾਰ ਸਮੁੰਦਰ ਦੇ ਵਿੱਚੋਂ, ਭੈਦਾਇਕ ਜੋ ਸਮੁੰਦਰ ਹੈ, ਇਹ ਤੋਂ ਵੀ ਪਾਰ ਹੋ ਸਕੀਏ। ਸਾਡੀ ਵੀ ਜੋ 84 ਲੱਖ ਜੂਨ ਹੈ, ਇਹ ਵੀ ਕੱਟੀ ਜਾ ਸਕੇ। ਜੋ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਸਾਨੂੰ ਵਾਰੀ ਮਿਲੀ, ਅਸੀਂ ਜਿੱਤ ਸਕੀਏ। ਇਸ ਪ੍ਰਕਾਰ ਨਾਲ ਸਤਿਗੁਰਾਂ ਅੱਗੇ ਸਤਿਗੁਰਾਂ ਨੇ ਬੇਨਤੀ ਕਰਨ ਵਾਸਤੇ, ਸਿੱਖਾਂ ਵਾਸਤੇ ਇਹ ਬਚਨ ਉਚਾਰਨ ਕੀਤਾ ਵੀ ਇਸ ਪ੍ਰਕਾਰ ਨਾਲ ਸਤਿਗੁਰਾਂ ਅੱਗੇ ਆਪਾਂ ਬੇਨਤੀ ਕਰਨੀ ਹੈ। ਤੇ ਇਸ ਪ੍ਰਕਾਰ ਨਾਲ ਸਤਿਗੁਰੂ ਫਿਰ ਇਹ ਜੋ ਮਨੁੱਖਾ ਦੇਹੀ ਦੀ ਦੁਰਲਭਤਾ ਦੱਸ ਕੇ, ਤੇ ਉਹਨਾਂ ਨੇ ਦੱਸਿਆ ਵੀ ਇਹ ਮਨੁੱਖਾ ਦੇਹੀ ਗੋਬਿੰਦ ਮਿਲਣ ਕੀ ਇਹ ਵਾਰੀ ਮਿਲੀ ਹੈ, ਤੇ ਇਸ ਨੂੰ ਨਾ ਗਵਾ ਬੈਠੀਏ। ਇਹੀ ਵਾਰੀ, ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ, ਇਹੀ ਵਾਰੀ ਹੈ। ਇਸ ਪ੍ਰਕਾਰ ਨਾਲ ਸਤਿਗੁਰੂ ਇਸ ਪਵਿੱਤਰ ਬਚਨ ਦੇ ਅੰਦਰ ਬਖਸ਼ਿਸ਼ ਕਰਦੇ ਹਨ। ਸੋ ਸਾਧ ਸੰਗਤ, ਇਹ ਜੋ ਸੋਦਰ ਰਹਿਰਾਸ ਸਾਹਿਬ ਦੇ ਜੋ ਕੁੱਲ 9 ਸ਼ਬਦ ਸਨ, ਜੋ ਆਪਾਂ ਜਿਨ੍ਹਾਂ ਦੀ ਵਿਚਾਰ ਆਪਾਂ ਸਰਵਣ ਕਰ ਚੁੱਕੇ ਹਾਂ, ਇਹ 9 ਸ਼ਬਦ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਦੇ ਅੰਦਰ, ਜੋ ਦਮਦਮਾ ਸਾਹਿਬ ਵਾਲੇ ਬੀੜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਉੱਥੇ ਕੁੱਲ 9 ਸ਼ਬਦ ਹਨ। ਇਹ ਕਥਾ ਵਿਚਾਰ ਆਰੰਭ ਕਰਨ ਵੇਲੇ ਵੀ ਇਹ ਸਾਧ ਸੰਗਤ ਬੇਨਤੀ ਕੀਤੀ ਸੀ, ਅਤੇ ਹੁਣ ਵੀ ਇੱਕ ਵਾਰੀ ਆਪਾਂ ਫਿਰ ਸਾਧ ਸੰਗਤ ਧਿਆਨ ਦਈਏ ਕਿ ਜੋ ਸੋਦਰ ਰਹਿਰਾਸ ਸਾਹਿਬ ਜੀ ਦੇ ਆਰੰਭ ਵਾਲੇ 3 ਸ਼ਬਦ ਹਨ ਨਾ, ਸੋਦਰ, ਦੂਸਰਾ ਸੁਣ ਵੱਡਾ ਆਖੈ ਸਭ ਕੋਏ, ਅਤੇ ਤੀਸਰਾ ਆਖਾਂ ਜੀਵਾਂ ਵਿਸਰੈ ਮਰ ਜਾਉ। ਇਹ ਜੋ 3 ਸ਼ਬਦ ਸਨ ਨਾ, ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀਆਂ ਵੇਲੇ ਜੋ ਸਿੱਖ ਸਨ, ਇਹ ਉਦੋਂ ਪੜ੍ਹਿਆ ਕਰਦੇ ਸਨ, ਕਿਉਂਕਿ ਉਦੋਂ 3 ਸ਼ਬਦ ਸਤਿਗੁਰਾਂ ਨੇ ਰਹਿਰਾਸ ਦੇ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤੇ ਸਨ, 3 ਸ਼ਬਦ। ਉਸ ਤੋਂ ਉਪਰੰਤ ਜਿਸ ਸਮੇਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀਆਂ ਨੇ ਕਿਰਪਾ ਕੀਤੀ, ਜੋ ਕਰਤਾਰਪੁਰ ਸਾਹਿਬ ਵਾਲੀ ਬੀੜ ਜਿਹਨੂੰ ਕਹਿੰਦੇ ਹਾਂ, ਜਿਸ ਸਮੇਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲਿਖਵਾਈ ਭਾਈ ਗੁਰਦਾਸ ਜੀ ਹੁਣਾਂ ਨੂੰ ਲਿਖਾਰੀ ਲਾ ਕੇ ਲਿਖੀ,
ਉਸ ਸਮੇਂ ਸਤਿਗੁਰਾਂ ਨੇ ਜੋ ਅਗਲੇ 2 ਸ਼ਬਦ ਆਉਂਦੇ ਹਨ, ਚੌਥੇ ਮਹਾਰਾਜ ਦਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਤੇ ਪੰਜਵੇਂ ਪਾਤਸ਼ਾਹ ਦਾ ਕਾਹੇ ਰੇ ਮਨ ਚਿਤਵਹਿ ਉਦਮ, ਇਹ ਜੋ 2 ਸ਼ਬਦ ਸਤਿਗੁਰਾਂ ਨੇ ਲਿਖ ਦਿੱਤੇ ਅਤੇ ਇਹ ਕੁੱਲ 5 ਸ਼ਬਦ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਬਾਅਦ ਜੋ ਸਿੱਖ ਸਨ ਉਹ ਰਹਿਰਾਸ ਦੇ ਵਿੱਚ ਇਹ 5 ਸ਼ਬਦ ਪੜ੍ਹਨ ਦੀ ਮਰਿਆਦਾ ਜੋ ਉਹਨਾਂ ਵਿੱਚ ਇਹ ਚੱਲ ਪਈ, ਕਿਉਂਕਿ ਸਤਿਗੁਰਾਂ ਨੇ ਇਹ 5 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਦਰਜ ਕਰ ਦਿੱਤੇ ਸੀ। ਉਸ ਤੋਂ ਉਪਰੰਤ ਜਿਸ ਸਮੇਂ ਧੰਨ ਸਤਿਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਸ ਸਮੇਂ ਦਮਦਮਾ ਸਾਹਿਬ ਵਿਖੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜੋ ਉਸ ਸਮੇਂ ਸਤਿਗੁਰਾਂ ਨੇ ਭਾਈ ਮਣੀ ਸਿੰਘ ਜੀ ਨੂੰ ਲਿਖਾਰੀ ਲਗਾ ਕਰਕੇ ਅਤੇ ਇਹ ਜੋ ਦਮਦਮਾ ਸਾਹਿਬ ਵਾਲੀ ਬੀੜ ਜਿਸ ਨੂੰ ਬਾਅਦ ਵਿੱਚ ਸਤਿਗੁਰਾਂ ਨੇ ਗੁਰਤਾਗਤ ਦੀ ਬਖਸ਼ਿਸ਼ ਕੀਤੀ ਅਤੇ ਜਿਹੜੀ ਪਵਿੱਤਰ ਬੀੜ ਨੂੰ ਆਪਾਂ ਦਰਸ਼ਨ ਕਰਦੇ ਹਾਂ, ਨਿਤਾ ਪ੍ਰਤੀ ਆਪਾਂ ਸੇਵਾ ਕਰਦੇ ਹਾਂ, ਉਸ ਬੀੜ ਨੂੰ ਲਿਖਵਾਉਣਾ ਕੀਤਾ ਜਿਸ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਭਾਈ ਮਣੀ ਸਿੰਘ ਜੀ ਨੂੰ ਲਿਖਾਰੀ ਲਾ ਕਰਕੇ, ਤਾਂ ਉਸ ਸਮੇਂ ਸਤਿਗੁਰਾਂ ਨੇ ਫਿਰ ਜੋ ਅਗਲੇ 4 ਸ਼ਬਦ ਹਨ ਜੋ ਇਸ ਪ੍ਰਕਾਰ ਚੌਥੇ ਮਹਾਰਾਜ ਦੇ 2 ਸ਼ਬਦ ਹਨ, ਸੋ ਪੁਰਖ ਨਿਰੰਜਨ ਵਾਲਾ ਅਤੇ ਤੂੰ ਕਰਤਾ ਸਚਿਆਰ ਮੈਡਾ ਸਾਈ, ਅਤੇ ਇੱਕ ਸ਼ਬਦ ਪਹਿਲੇ ਪਾਤਸ਼ਾਹ ਦਾ ਤਿਤ ਸਰਵਰੜੈ ਭਈਲੇ ਨਿਵਾਸਾ, ਅਤੇ ਇੱਕ ਸ਼ਬਦ ਪੰਜਵੇਂ ਪਾਤਸ਼ਾਹ ਦਾ ਜੋ ਆਪਾਂ ਅੱਜ ਸਰਵਣ ਕੀਤਾ ਹੈ ਭਈ ਪ੍ਰਾਪਤ ਮਾਨੁਖ ਦੇਹੁਰੀਆ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਕੁੱਲ 9 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕੀਤੇ ਉਸ ਸਮੇਂ ਦਮਦਮਾ ਸਾਹਿਬ ਵਿਖੇ, ਜਿਸ ਨੂੰ ਆਪਾਂ ਦਮਦਮਾ ਸਾਹਿਬ ਵਾਲੀ ਬੀੜ ਕਹਿ ਕੇ ਸਤਿਕਾਰ ਦਿੰਦੇ ਹਾਂ। ਉਸ ਦੇ ਵਿੱਚ 9 ਸ਼ਬਦ ਹਨ, ਪਰ ਜਿਹੜੀ ਬੀੜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਪੰਜਵੇਂ ਪਾਤਸ਼ਾਹ ਨੇ ਲਿਖਵਾਈ ਸੀ ਉਸ ਦੇ ਅੰਦਰ ਕੇਵਲ 5 ਸ਼ਬਦ ਹੀ ਸਨ, ਜਿਸ ਸਮੇਂ ਜਿਸ ਨੂੰ ਆਪਾਂ ਕਰਤਾਰਪੁਰ ਵਾਲੀ ਬੀੜ ਕਹਿੰਦੇ ਹਾਂ। ਤੇ ਇਸ ਪ੍ਰਕਾਰ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹੁਣ ਆਪਣੇ ਕੋਲ ਜੋ 9 ਸ਼ਬਦ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ, ਤਿਨਾਂ ਦੇ ਵਿਚਾਰ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਜੋ ਆਪਾਂ ਹੁਣ ਤੱਕ 9 ਦੀਵਾਨਾਂ ਦੇ ਅੰਦਰ ਸਰਵਣ ਕੀਤੀ ਹੈ, ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਅਤੇ ਇਸ ਤੋਂ ਅੱਗੇ ਜੋ ਸ੍ਰੀ ਚੌਪਈ ਸਾਹਿਬ ਅਤੇ ਆਨੰਦ ਸਾਹਿਬ ਇਸ ਪ੍ਰਕਾਰ ਜੋ ਸ਼ਬਦ ਹਨ ਉਹਨਾਂ ਦੀ ਮਰਿਆਦਾ ਸਾਧ ਸੰਗਤ ਇਸ ਪ੍ਰਕਾਰ ਬਣੀ ਕਿ ਜਿਸ ਸਮੇਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਭਾਈ ਮਣੀ ਸਿੰਘ ਜੀ ਨੂੰ ਗ੍ਰੰਥੀ ਥਾਪ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਜਿਆ ਸੀ ਸੇਵਾ ਸੰਭਾਲ ਲਈ, ਮਰਿਆਦਾ ਕਾਇਮ ਕਰਨ ਲਈ। ਉਸ ਸਮੇਂ ਸਤਿਗੁਰਾਂ ਦੇ ਹੁਕਮ ਨਾਲ ਭਾਈ ਮਣੀ ਸਿੰਘ ਸਾਹਿਬ ਜੀ ਨੇ ਫਿਰ ਇਹ 9 ਸ਼ਬਦ ਜਿਹੜੇ ਰਹਿਰਾਸ ਸਾਹਿਬ ਦੇ ਜਿਹੜੇ ਆਪਾਂ ਹੁਣ ਕਥਾ ਵਿਚਾਰ ਸਰਵਣ ਕਰ ਲਈ ਹੈ ਇਹ, ਅਤੇ ਇਸ ਤੋਂ ਉਪਰੰਤ ਪੁੰਨ ਰਾਛਸ ਕਾਟਾ ਸੀਸਾ ਤੋਂ ਲੈ ਕੇ ਜਿਹੜੀ ਚੌਪਈ ਸਾਹਿਬ ਆਪਾਂ ਪੜ੍ਹਦੇ ਹਾਂ ਸੰਪੂਰਨ ਦੋਹਰਿਆਂ ਸਵਈਆਂ ਸਮੇਤ, ਅਤੇ ਉਸ ਤੋਂ ਉਪਰੰਤ 6 ਪੌੜੀਆਂ ਸ੍ਰੀ ਆਨੰਦ ਸਾਹਿਬ ਦੀਆਂ, ਉਸ ਤੋਂ ਉਪਰੰਤ ਮੁੰਦਾਵਣੀ ਮਹੱਲਾ 5ਵਾਂ ਅਤੇ ਤੇਰਾ ਕੀਤਾ ਜਾਤੋ ਨਾਹੀ, ਫਿਰ ਪੌੜੀ ਤਿੱਥੈ ਤੂੰ ਸਮਰੱਥ, ਅਤੇ ਅਖੀਰਲਾ ਸ਼ਬਦ ਅੰਤਰ ਗੁਰ ਆਰਾਧਨਾ, ਅਤੇ ਉਸ ਤੋਂ ਉਪਰੰਤ ਰੱਖੇ ਰੱਖਣਹਾਰ ਆਪ ਉਬਾਰੀਣ। ਇਹ ਜੋ ਸਾਰੇ ਸ਼ਬਦ ਸੰਪੂਰਨ ਰਹਿਰਾਸ ਸਾਹਿਬ ਦੀ ਮਰਿਆਦਾ ਇਹ ਭਾਈ ਮਣੀ ਸਿੰਘ ਸਾਹਿਬ ਜੀ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਹੁਕਮ ਦੇ ਨਾਲ ਇਹ ਸ੍ਰੀ ਦਰਬਾਰ ਸਾਹਿਬ ਵਿਖੇ ਉਦੋਂ ਇਹ ਆਰੰਭ ਕੀਤੀ ਮਰਿਆਦਾ ਭਾਈ ਮਣੀ ਸਿੰਘ ਜੀ ਨੇ ਸਤਿਗੁਰਾਂ ਦੇ ਹੁਕਮ ਨਾਲ ਬੰਨ੍ਹ ਦਿੱਤੀ ਸੀ। ਤੇ ਉਸ ਸਮੇਂ ਇਹ ਸੰਪੂਰਨ ਰਹਿਰਾਸ ਸਾਹਿਬ ਸਾਧ ਸੰਗਤ ਜੋ ਭਾਈ ਮਣੀ ਸਿੰਘ ਜੀ ਨੇ ਉਹਨਾਂ ਦੀ 5 ਗ੍ਰੰਥੀ ਦੇ ਅੰਦਰ ਉਹਨਾਂ ਦੁਆਰਾ ਲਿਖੀ ਹੋਈ ਪੋਥੀ ਦੇ ਅੰਦਰ ਵੀ ਇਹ ਮਿਲਦੀ ਹੈ ਸੰਪੂਰਨ ਰਹਿਰਾਸ ਸਾਹਿਬ। ਇਹ ਜੋ ਨਾਮਧਾਰੀ ਸਿੱਖ ਅਤੇ ਨਿਰਮਲੇ ਸਾਧੂ ਸਨ ਉਹ ਵੀ ਪੜ੍ਹਦੇ ਰਹੇ ਤੇ ਹੁਣ ਵੀ ਇਹ ਸੰਪੂਰਨ ਰਹਿਰਾਸ ਸਾਹਿਬ ਹੀ ਪੜ੍ਹਦੇ ਹਨ। ਪਰ ਸਾਧ ਸੰਗਤ ਇਹ ਜੋ ਛੋਟੀ ਰਹਿਰਾਸ ਸਾਹਿਬ ਆਪਾਂ ਅੱਜ ਸਰਵਣ ਕਰਦੇ ਹਨ ਇਹ ਅਕਾਲੀ ਲਹਿਰ ਵੇਲੇ ਜਦੋਂ ਵੱਖ-ਵੱਖ ਜਥੇ ਬਣ ਗਏ ਸਨ ਉਸ ਸਮੇਂ ਜੋ ਛੋਟੀ ਰਹਿਰਾਸ ਸਾਹਿਬ ਕਰਨ ਦਾ ਜੋ ਮਰਿਆਦਾ ਬਣ ਗਈ ਸੀ ਕਿ ਕਈ ਸਿੱਖ ਜੋ ਸਨ ਉਹ ਜਿਹੜੇ 9 ਸ਼ਬਦ ਆਪਾਂ ਹੁਣ ਤੱਕ ਸਰਵਣ ਕੀਤੇ ਹਨ ਨਾ ਇਹ ਇਕੱਲੀ ਇੰਨੀ ਹੀ ਰਹਿਰਾਸ ਸਾਹਿਬ ਕਰਨ ਲੱਗ ਪਏ ਸੀ। ਉਹਨਾਂ ਨੇ ਚੌਪਈ ਸਾਹਿਬ ਅਤੇ ਆਨੰਦ ਸਾਹਿਬ ਇਹ ਛੱਡ ਹੀ ਦਿੱਤਾ ਸੀ, ਅਤੇ ਕਈ ਜਿਸ ਪ੍ਰਕਾਰ ਨਾਲ ਭਸੌੜੀਏ ਸਨ ਉਹਨਾਂ ਨੇ ਜੋ ਚੌਪਈ ਸਾਹਿਬ ਦੀਆਂ 25 ਪੌੜੀਆਂ ਹੀ ਕਰਨੀਆਂ ਆਰੰਭ ਕਰ ਦਿੱਤੀਆਂ ਸਨ, ਅਤੇ ਭਸੌੜੀਆਂ ਦਾ ਜ਼ੋਰ ਦਬਦਬਾ ਉਸ ਸਮੇਂ ਹੋਣ ਕਰਕੇ ਜੋ ਇਹੀ ਫਿਰ ਤਖਤ ਸਾਹਿਬ ਅਤੇ ਹਰਿਮੰਦਰ ਸਾਹਿਬ ਵੀ ਇਹ 25 ਪੌੜੀਆਂ ਵਾਲੀ ਛੋਟੀ ਰਹਿਰਾਸ ਸਾਹਿਬ ਵੀ ਹੋਣ ਲੱਗ ਪਈ ਸੀ। ਪਰ ਇਸ ਤੋਂ ਪਹਿਲਾਂ ਇਸ ਤਰੀਕੇ ਨਾਲ ਨਹੀਂ ਸੀ। ਭਾਈ ਮਣੀ ਸਿੰਘ ਸਾਹਿਬ ਜੀ ਨੇ ਜੋ ਸਤਿਗੁਰਾਂ ਦੇ ਹੁਕਮ ਨਾਲ ਸੋਦਰ ਰਹਿਰਾਸ ਸਾਹਿਬ ਜੋ ਸੰਪੂਰਨ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਉਹ 5 ਤਖਤਾਂ ਦੇ ਉੱਪਰ ਸ੍ਰੀ ਹਰਿਮੰਦਰ ਸਾਹਿਬ ਵੀ ਇਹ ਸੰਪੂਰਨ ਰਹਿਰਾਸ ਸਾਹਿਬ ਵੀ ਹੋਇਆ ਕਰਦੀ ਸੀ। ਪਰ ਅੱਜ ਜੋ ਉਹ ਮਰਿਆਦਾ ਕੁਝ ਸਮਾਂ ਪਾ ਕੇ ਬਦਲ ਗਈ ਹੈ। ਪਰ ਸਾਧ ਸੰਗਤ ਜੋ ਅਗਲੇਰੇ ਦੀਵਾਨਾਂ ਅੰਦਰ ਆਪਾਂ ਜੋ ਇਸ ਸ਼ਬਦ ਦੀ ਜਿਸ ਰਹਿਰਾਸ ਸਾਹਿਬ ਦੀ ਮਰਿਆਦਾ ਨੂੰ ਭਾਈ ਮਣੀ ਸਿੰਘ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਹੁਕਮ ਦੇ ਨਾਲ ਮਰਿਆਦਾ ਚਲਾਈ
ਉਸ ਦੀ ਆਪਾਂ ਜਿਹੜੀ ਕਥਾ ਵਿਚਾਰ ਹੈ ਉਹ ਕੱਲ੍ਹ ਦੇ ਦੀਵਾਨਾਂ ਤੋਂ ਸਰਵਣ ਕਰਾਂਗੇ। ਆਪਣੇ ਪਾਸ ਜੋ ਪੋਥੀ ਸਾਹਿਬ ਹੈ, ਗੁਟਕਾ ਸਾਹਿਬ ਹੈ ਨਿਤਨੇਮ ਦਾ, ਇਹ ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੋ 14ਵੇਂ ਮੁਖੀ ਹੋਏ ਹਨ ਦਮਦਮੀ ਟਕਸਾਲ ਦੇ, ਤਿੰਨਾਂ ਪਾਸੋਂ ਜੋ ਪ੍ਰਕਾਸ਼ਿਤ ਕੀਤਾ ਗਿਆ ਗੁਟਕਾ ਸਾਹਿਬ ਹੈ, ਉਸ ਦੇ ਅੰਦਰ ਵੀ ਜੋ ਸੰਪੂਰਨ ਰਹਿਰਾਸ ਸਾਹਿਬ ਹੈ, ਪੁੰਨ ਰਾਸ਼ਸ ਕਾ ਕਾਟਾ ਸੀਸਾ ਤੋਂ ਲੈ ਕਰਕੇ ਹੈ। ਤੇ ਇਸ ਪ੍ਰਕਾਰ ਨਾਲ ਜਿਵੇਂ ਵੀ ਸਤਿਗੁਰੂ ਬਖਸ਼ਿਸ਼ ਕਰਨਗੇ ਅਗਲੇਰੇ ਦੀਵਾਨਾਂ ਵਿੱਚ ਉਹਨਾਂ ਦੀ ਵੀ ਆਪਾਂ ਜੋ ਵਿਚਾਰ ਕਥਾ ਵਿਚਾਰ ਆਪਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਾਂਗੇ ਜੀ। ਸਾਰੀ ਹੀ ਸੰਗਤ ਦਾ ਧੰਨਵਾਦ। ਵਡਭਾਗੇ ਹਾਂ ਜੋ ਸੰਗਤ ਵਿੱਚ ਪਹੁੰਚੇ ਹਾਂ, ਪਹੁੰਚ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਹੀ ਸਤਿਗੁਰਾਂ ਦੇ ਦਰ ਤੇ ਜੁੜ ਕੇ ਤੇ ਸਰੰਜਾਮ ਲਾਗ ਭਵਜਲ ਤਰਨ ਕੈ ਤੇ ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਤੇ ਇਹ ਆਪਾਂ ਆਪਦਾ ਮਨੁੱਖਾ ਜਨਮ ਜਿਹੜਾ ਇਹ ਸਫਲ ਕਰ ਲਈਏ, ਇਹ ਵਿਅਰਥ ਨਾ ਚਲਾਇਆ ਜਾਵੇ। ਬਿਰਥਾ ਜਨਮ ਬਿਰਥਾ ਜਾਤ, ਰੰਗ ਮਾਇਆ ਕਹਿ ਕੇ ਮਾਇਆ ਕੇ ਰੰਗ, ਮਾਇਆ ਦੇ ਰੰਗ 'ਚ ਫਸ ਕੇ ਆਪਣਾ ਕਿਤੇ ਵਿਅਰਥਾ ਨਾ ਚਲਾ ਜਾਵੇ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਕਥਾ ਵਿਚਾਰਾਂ ਕਰਦਿਆਂ, ਗੁਰਬਾਣੀ ਪੜ੍ਹਦਿਆਂ, ਗੁਰਬਾਣੀ ਉਚਾਰਨ ਕਰਦਿਆਂ ਹੋਈਆਂ ਅਨੇਕਾਂ ਗਲਤੀਆਂ ਹੋ ਗਈਆਂ। ਸਤਿਗੁਰੂ ਬਖਸ਼ਣਹਾਰ ਹਨ, ਸਤਿਗੁਰੂ ਕਿਰਪਾ ਕਰਕੇ ਬਖਸ਼ ਲਿਓ। ਤੇ ਸਤਿਗੁਰਾਂ ਦੀ ਸੰਗਤ ਬਖਸ਼ਣਯੋਗ ਹੈ। ਆਪਦਾ ਬੱਚਾ ਜਾਣ ਕੇ ਗਲਤੀਆਂ ਦੀ ਮੁਆਫੀ ਬਖਸ਼ਿਸ਼ ਕਰ ਦਿਓ। ਤੇ ਹੁਣ ਸਾਰੀ ਹੀ ਸਮਾਪਤੀ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਫਤਿਹ ਦੀ ਸਾਂਝ ਪਾਈਏ ਜੀ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਭੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।